आप लिहो तुम कथा। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੁੱਤਰ ਨਰੇਸ਼ਵਰ ਤਰੀ ਤੇ ਆਗੇ ਕਰੇ ਅਕੋਰ। ਨਗਨ ਚਰਨ ਤੇ ਗਮਨ ਕਰ ਸਭ ਕੁਟੰਬ ਕਰ ਜੋਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ। ਜਿਨ ਕੇ ਭਾਗ ਬੜੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਣ ਪਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਾਨੂੰ ਆਪਣੇ ਚਰਨਾਂ 'ਚ ਬੈਠਣ ਦਾ, ਆਪਣਾ ਇਤਿਹਾਸ ਪੜ੍ਹਨ ਸੁਣਨ ਦਾ, ਕਥਾ ਕੀਰਤਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਸਤਿਗੁਰਾਂ ਦਾ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਜਿਸ ਸਮੇਂ ਰਾਜਾ ਬਿਸ਼ਨ ਸਿੰਘ ਦੀ ਸਤਿਗੁਰਾਂ ਨੇ ਸਹਾਇਤਾ ਕੀਤੀ, ਕਾਮਰੂਪ ਦੇਸ਼ ਦੇ ਰਾਜੇ ਦੇ ਚਲਾਏ ਹੋਏ ਜਾਦੂ ਮੰਤਰ ਟੂਣੇ ਟਾਮਣ ਫੇਲ ਹੋ ਗਏ। ਹਰ ਤਰੀਕੇ ਨਾਲ ਉਹਨਾਂ ਦੇ ਸਾਰੇ ਯਤਨ ਨਿਸਫਲ ਹੋ ਗਏ। ਤਾਂ ਰਾਜੇ ਨੇ ਚੰਡਕਾ ਦੀ ਭਗਤੀ ਕੀਤੀ, ਕਾਮਖਿਆ ਦੇਵੀ ਦੇ ਮੰਦਰ ਵਿੱਚ ਪੂਜਾ ਪਾਠ ਕਰਵਾਇਆ, ਆਪਣੇ ਘਰ ਵਿੱਚ ਵੀ ਜਪ ਤਪ ਕਰਵਾਇਆ। ਰਾਜੇ ਦੀ ਮਾਤਾ ਵੀ ਭਗਤੀ ਕਰਨ ਵਾਲੀ ਸੀ, ਉਹਨੇ ਵੀ ਭਗਤੀ ਦੇ ਵਿੱਚ ਲੀਨ ਹੋ ਕੇ ਚੰਡੀ ਦੇ ਨਾਲ ਪਰਮੇਸ਼ਰ ਦੀ ਸ਼ਕਤੀ ਦੇ ਨਾਲ ਵਾਹ ਵਾਸਤਾ ਬਣਾਇਆ, ਆਪਣੀ ਸੁਰਤ ਨੂੰ ਕਾਇਮ ਕੀਤਾ। ਅਰਦਾਸਾਂ ਬੇਨਤੀਆਂ ਕੀਤੀਆਂ ਕਿ ਹੇ ਚੰਡੀ ਮਾਤਾ, ਹੇ ਜਗਤ ਮਾਤਾ, ਸਾਡੀ ਸਹਾਇਤਾ ਕਰੋ। ਤਾਂ ਦੇਵੀ ਮਾਤਾ ਨੇ ਆਕਾਸ਼ਬਾਣੀ ਦੁਆਰਾ ਉਸ ਰਾਜ ਮਾਤਾ ਨੂੰ, ਰਾਜੇ ਦੀ ਮਾਂ ਨੂੰ ਇਹ ਹੁਕਮ ਲਾਇਆ ਵੀ ਰਾਜੇ ਨੂੰ ਆਖੋ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਪੈ ਜਾਵੇ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਰਾਜ ਹੈ। ਕੋਈ ਵੀ ਦੇਵੀ ਦੇਵਤਾ ਉਹਨਾਂ ਦੀ ਉਲੰਘਣਾ ਨਹੀਂ ਕਰ ਸਕਦਾ। ਸਭ ਤੇ ਵੱਡ ਸਮਰੱਥ ਗੁਰਦੇਵ, ਸਾਰਿਆਂ ਤੋਂ ਵੱਡੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਪਰਮੇਸ਼ਰ ਦਾ ਹੀ ਰੂਪ, ਅਕਾਲ ਪੁਰਖ ਦੀ ਜੋਤ ਹਨ। ਉਹਨਾਂ ਦੇ ਚਰਨਾਂ ਵਿੱਚ ਸੀਸ ਝੁਕਾਵੇ ਰਾਜਾ ਜਾ ਕੇ, ਤਾਂ ਰਾਜੇ ਦੇ ਸਾਰੇ ਮਸਲੇ ਹੱਲ ਹੋ ਸਕਦੇ ਹਨ। ਸੋ ਹੁਣ ਕਾਮਰੂਪ ਦੇਸ਼ ਦਾ ਰਾਜਾ ਆਪਣੀ ਮਾਤਾ ਕੋਲੋਂ ਦੇਵੀ ਦਾ ਵਰਦਾਨ ਸੁਣ ਕੇ ਆਪਣੀ ਰਾਣੀ, ਆਪਣੇ ਰਾਜ ਮਾਤਾ, ਆਪਣੇ ਪਰਿਵਾਰ ਦੇ ਅਤੇ ਆਪਣੇ ਮੰਤਰੀ ਮੰਡਲ ਦੇ ਕੁਝ ਪ੍ਰਤਿਸ਼ਠ ਬੰਦਿਆਂ ਨੂੰ ਲੈ ਕੇ ਬੇੜੀ 'ਚ ਸਵਾਰ ਹੋਇਆ ਤੇ ਦਰਿਆ ਤੋਂ ਉਰਲੇ ਪਾਸੇ ਆਇਆ। ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਬੜੇ ਸੁੰਦਰ ਤੋਹਫੇ ਉਪਹਾਰ ਭੇਟਾ ਕਰਕੇ ਉਸਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ, ਗੁਰੂ ਸਾਹਿਬ ਦੀ ਸੰਗਤ ਕੀਤੀ, ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰੇਗਾ। ਅੱਜ ਇਹ ਕਥਾ ਆਪ ਜੀ ਸਰਵਣ ਕਰੋ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉੱਤਰ ਨਰੇਸ਼ਵਰ ਤਰੀ ਤੇ ਕਾਮਰੂਪ ਦੇਸ਼ ਦਾ ਰਾਜਾ ਕਿਸ਼ਤੀ ਤੋਂ ਬੇੜੀ ਤੋਂ ਉਤਰਿਆ ਹੈ। ਆਗੇ ਕਰੇ ਅਕੋਰ। ਔਰ ਆਪਣੇ ਸੇਵਾਦਾਰਾਂ ਕੋਲੋਂ ਬੜੇ ਬੜੇ ਵਧੀਆ ਤੋਹਫੇ ਚੁਕਵਾਏ ਹੋਏ ਨੇ ਕਿ ਮਹਾਰਾਜ ਵਾਸਤੇ ਵਧੀਆ ਬਸਤਰ ਸ਼ਸਤਰ ਮਾਇਆ ਦੀ ਭੇਟਾ ਲੈ ਕੇ ਆਇਆ ਹੈ। ਨਗਨ ਚਰਨ ਤੇ ਗਮਨ ਕਰ। ਜਿਵੇਂ ਸਾਧੂਆਂ ਮਹਾਂਪੁਰਸ਼ਾਂ ਕੋਲ ਜਾਣ ਦਾ ਤਰੀਕਾ ਹੈ, ਰਾਜਾ ਉਸ ਤਰੀਕੇ ਨਾਲ ਨੰਗੇ ਪੈਰੀ ਗੁਰੂ ਸਾਹਿਬ ਦੇ ਚਰਨਾਂ ਵੱਲ ਆਇਆ ਹੈ। ਸਭ ਕੁਟੰਬ ਕਰ ਜੋਰ। ਤੇ ਹੱਥ ਜੋੜ ਕੇ ਸਾਰਾ ਪਰਿਵਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਏ ਹਨ।
ਚੌਪਈ ਸ਼ਰਦਾ ਕਰੇ ਭਾਉ ਉਰ ਤਾਰਾ। ਕਾਮਰੂਪ ਦੇਸ਼ ਦੇ ਰਾਜੇ ਨੇ ਬੜੇ ਪ੍ਰੇਮ ਨਾਲ, ਬੜੀ ਸ਼ਰਧਾ ਨਾਲ ਸ਼੍ਰੀ ਸਤਿਗੁਰ ਕੇ ਨਿਕਟ ਪਧਾਰਾ। ਗੁਰੂ ਸਾਹਿਬ ਕੋਲ ਆ ਕੇ ਮੱਥਾ ਟੇਕਿਆ, ਦਰਸ਼ਨ ਕੀਤੇ ਹਨ। ਸ਼ਰਨ ਸ਼ਰਨ ਕਰ ਪਰਿਓ ਅਗਾਰੀ। ਹੇ ਗੁਰੂ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆਂ, ਮੈਂ ਤੁਹਾਡੀ ਸ਼ਰਨ ਵਿੱਚ ਆਂ, ਮੈਂ ਤੁਹਾਡੀ ਸ਼ਰਨ ਵਿੱਚ ਆਂ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਣਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਇਸ ਪ੍ਰਕਾਰ ਨਾਲ ਰਾਜੇ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ। ਪਦ ਅਰਬਿੰਦ ਬੰਦਨਾ ਧਾਰੀ। ਗੁਰੂ ਸਾਹਿਬ ਦੇ ਚਰਨਾਂ ਵਿੱਚ ਵੰਦਨਾ ਕੀਤੀ ਹੈ, ਮੱਥਾ ਟੇਕਿਆ ਹੈ। ਦੇਸ਼ ਕਾਮਰੂ ਕੋ ਮੈਂ ਰਾਜਾ। ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ, ਮੈਂ ਕਾਮਰੂਪ ਦੇਸ਼ ਦਾ, ਆਸਾਮ ਦੇਸ਼ ਦਾ ਰਾਜਾ ਹਾਂ। ਤੁਮ ਢਿਗ ਆਇਓ ਤਿਆਗ ਸਮਾਜਾ। ਮੈਂ ਆਪਣਾ ਰਾਜ ਸਾਜ ਸਾਜੋ ਸਮਾਨ ਸਾਰਾ ਕੁਝ ਛੱਡ ਕੇ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ। ਹਿੰਦੁਨ ਕੇ ਅਲੰਬ ਤੁਮ ਅਹੋ। ਮਹਾਰਾਜ, ਤੁਸੀਂ ਜਾਣਦੇ ਹੋ ਮੁਗਲ ਸਰਕਾਰ ਹਿੰਦੂਆਂ ਉੱਤੇ ਬੜਾ ਜ਼ੁਲਮ ਢਾ ਰਹੀ ਹੈ। ਹਿੰਦੂਆਂ ਦੇ ਮੰਦਰ ਢਾਉਂਦੇ ਹਨ, ਹਿੰਦੂਆਂ ਦੇ ਧਰਮ ਦਾ ਨੁਕਸਾਨ ਕਰਦੇ ਹਨ। ਅਸੀਂ ਹਿੰਦੂ ਲੋਕ ਤੁਹਾਡੇ ਆਸਰੇ ਤੇ ਹੀ ਹਾਂ। ਦਾਸਨ ਬ੍ਰਿੰਦ ਸਹਾਇਕ ਰਹੋ। ਆਪ ਜੀ ਆਪਣੇ ਦਾਸਾਂ ਦੀ ਸਹਾਇਤਾ ਕਰੋ। ਸੱਚੇ ਪਾਤਸ਼ਾਹ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਦੇਵੀ ਕੀ ਆਇਸ ਕੇ ਸਾਥ। ਮੈਨੂੰ ਦੇਵੀ ਮਾਤਾ ਨੇ ਆਗਿਆ ਦਿੱਤੀ ਹੈ। ਦੇਵੀ ਮਾਤਾ ਨੇ ਮੈਨੂੰ ਆਕਾਸ਼ ਬਾਣੀ ਦੁਆਰਾ ਮੇਰੀ ਮਾਤਾ ਨੂੰ ਹੁਕਮ ਦਿੱਤਾ ਹੈ ਆਏ ਸ਼ਰਨ ਤਿਹਾਰੀ ਨਾਥ। ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਜਾਈਏ। ਸੋ ਮਾਤਾ ਜੀ ਦੀ ਆਗਿਆ ਨਾਲ ਅਸੀਂ ਮਹਾਰਾਜ ਤੁਹਾਡੀ ਸ਼ਰਨ ਆਏ ਹਾਂ। ਜਿਉ ਭਾਵ ਹੈ ਤਿਉ ਕੀਜਹਿ ਅਬੈ। ਹੁਣ ਆਪ ਜੀ ਨੂੰ ਜਿਵੇਂ ਚੰਗਾ ਲੱਗਦਾ ਹੈ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਹੀ ਕਰਨਾ ਕਰੋ। ਤੁਮ ਆਗਿਆ ਅਨੁਸਾਰੀ ਸਭੈ। ਅਸੀਂ ਸਾਰੇ ਆਪ ਜੀ ਦੀ ਆਗਿਆ ਵਿੱਚ ਹਾਂ। ਮਹਾਰਾਜ, ਸਾਡੇ ਤੇ ਕਿਰਪਾ ਕਰਕੇ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ। ਤਉ ਏਕ ਸੁਨੀਐ ਗੁਰ ਸੁਆਮੀ। ਏ ਸਤਿਗੁਰੂ ਜੀ, ਹੇ ਮੇਰੇ ਸੁਆਮੀ ਜੀ, ਇੱਕ ਬੇਨਤੀ ਹੈ, ਉਹ ਆਪ ਜੀ ਸੁਣੋ। ਸਭ ਬਿਦ ਸਮਰੱਥ ਅੰਤਰ ਜਾਮੀ। ਆਪ ਜੀ ਸਰਬ ਕਲਾ ਸਮਰੱਥ ਹੋ, ਗੁਰੂ ਨਾਨਕ ਦੇਵ ਜੀ ਦਾ ਰੂਪ ਹੋ, ਪਰਮਾਤਮਾ ਦੀ ਜੋਤ ਹੋ ਤੁਸੀਂ ਮਹਾਰਾਜ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਹਮ ਹਿੰਦੂ ਗੁਰ ਕੇ ਸਿੱਖ ਅਹੈ। ਅਸੀਂ ਜਿੰਨੇ ਵੀ ਹਿੰਦੂ ਹਾਂ ਮਹਾਰਾਜ, ਅਸੀਂ ਭਾਵੇਂ ਕਿਸੇ ਵੀ ਪ੍ਰਦੇਸ਼ ਵਿੱਚ ਬੈਠੇ ਹੋਈਏ, ਅਸੀਂ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਾਂ। ਕਿਉਂਕਿ ਗੁਰੂ ਨਾਨਕ ਦੇਵ ਜੀ ਸਾਰੀ ਦੁਨੀਆ ਦੇ ਗੁਰੂ ਹਨ। ਉਹਨਾਂ ਨੇ ਸਾਰੀ ਦੁਨੀਆ ਨੂੰ ਪਰਮੇਸ਼ਰ ਦਾ ਨਾਮ ਜਪਾਇਆ ਹੈ ਤੇ ਸਹੀ ਰਸਤੇ ਤੇ, ਸਿੱਧੇ ਰਸਤੇ ਤੇ ਤੋਰਿਆ ਹੈ। ਸਗਰੋ ਦੇਸ਼ ਮਾਨ ਤੋ ਰਹੈ। ਸਾਰਾ ਦੇਸ਼ ਉਹਨਾਂ ਨੂੰ ਮੰਨਦਾ ਹੈ। ਦੁਨੀਆ ਦਾ ਕੋਈ ਕੋਨਾ ਐਸਾ ਨਹੀਂ ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਲੋਕ ਨਾ ਮੰਨਦੇ ਹੋਣ। ਤੋ ਅਸੀਂ ਵੀ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਹਾਂ। ਅਬ ਤੁਰਕੇਸ਼ਵਰ ਕੇ ਬਸ ਮਾਹੀ। ਪਰ ਮਹਾਰਾਜ, ਕਰਤਾਰ ਦੀ ਕੁਦਰਤ ਐਸੀ ਹੈ ਕਿ ਮੁਗਲਾਂ ਦਾ ਰਾਜ ਸਾਰੇ ਪਾਸੇ ਵੱਧਦਾ ਜਾ ਰਿਹਾ ਹੈ। ਔਰੰਗਜ਼ੇਬ ਦੇ ਅਧਿਕਾਰ ਸਾਰੇ ਪਾਸੇ ਫੈਲਦੇ ਜਾ ਰਹੇ ਨੇ ਤੇ ਸਾਡੇ ਹਿੰਦੂਆਂ ਦੇ ਰਾਜ ਭਾਗ ਹੌਲੇ ਹੌਲੇ ਉਹ ਨਸ਼ਟ ਕਰ ਰਿਹਾ ਹੈ ਤੇ ਹਿੰਦੂ ਰਾਜਿਆਂ ਨੂੰ ਹਿੰਦੂ ਰਾਜਿਆਂ ਨਾਲ ਲੜਾ ਕੇ ਕਮਜ਼ੋਰ ਕਰ ਰਿਹਾ ਹੈ। ਹੌਲੇ ਹੌਲੇ ਸਾਨੂੰ ਹਿੰਦੂ ਰਾਜਿਆਂ ਨੂੰ ਖਤਮ ਕਰਨਾ ਚਾਹੁੰਦਾ ਹੈ। ਰਾਜਾ ਬਿਸ਼ਨ ਸਿੰਘ ਵੀ ਹਿੰਦੂ ਰਾਜਾ ਹੈ, ਰਾਜਪੂਤ ਰਾਜਾ ਹੈ ਤੇ ਅਸੀਂ ਅਸਾਮ ਦੇਸ਼ ਦੇ, ਕਾਮਰੂਪ ਦੇਸ਼ ਦੇ ਰਹਿਣ ਵਾਲੇ ਰਾਜੇ ਹਾਂ। ਮਹਾਰਾਜ ਸਾਡੇ ਵਿੱਚ ਦੁਸ਼ਮਣੀ ਪਵਾ ਦਿੱਤੀ ਹੈ ਗੇਰੋ ਹਮ ਹੈ ਜੋਗਤਾ ਨਾਹੀ। ਤੇ ਤੁਸੀਂ ਮਹਾਰਾਜ ਇਸ ਵੇਲੇ ਰਾਜਾ ਬਿਸ਼ਨ ਸਿੰਘ ਦੀ ਮਦਦ ਕਰ ਰਹੇ ਹੋ। ਬਿਸ਼ਨ ਸਿੰਘ ਔਰੰਗਜ਼ੇਬ ਦਾ ਜਰਨੈਲ ਹੈ। ਜੇ ਤੁਸੀਂ ਸੱਚੇ ਪਾਤਸ਼ਾਹ ਇਹਨਾਂ ਨੂੰ ਜਿਤਾਓਗੇ, ਸਾਨੂੰ ਹਰਾਓਗੇ ਤੇ ਅਸੀਂ ਤੁਰਕਾਂ ਦੇ ਮੁਤਾਜ ਹੋ ਜਾਵਾਂਗੇ, ਤੁਰਕਾਂ ਦੇ ਅਧੀਨ ਹੋ ਜਾਵਾਂਗੇ। ਇਹ ਗੱਲ ਠੀਕ ਨਹੀਂ ਹੈ ਸਤਿਗੁਰੂ ਜੀ, ਵੀ ਸਾਨੂੰ ਤੁਸੀਂ ਇਹਨਾਂ ਤੁਰਕਾਂ ਦੇ, ਮੁਗਲਾਂ ਦੇ ਅਧੀਨ ਕਰ ਦਿਓ। ਉਚਿਤ ਸਹਾਇਕ ਹੋਵਨ ਹਮਰੇ। ਆਪ ਜੀ ਨੂੰ ਸਾਡੀ ਸਹਾਇਤਾ ਕਰਨੀ ਚਾਹੀਦੀ ਹੈ। ਸਤਿਗੁਰੂ ਜੀ, ਆਪ ਧਰਮ ਦੇ ਰਾਖੇ ਹੋ,
ਆਪ ਜੀ ਜਾਣਦੇ ਹੋ ਵੀ ਔਰੰਗਜ਼ੇਬ ਦੀਆਂ ਕੂਟਨੀਤੀਆਂ ਕਿੰਨੀਆਂ ਮਾੜੀਆਂ ਹਨ। ਇਹ ਸਾਨੂੰ ਆਪਸ ਵਿੱਚ ਲੜਾ ਕੇ ਕਮਜ਼ੋਰ ਕਰ ਰਿਹਾ ਹੈ, ਸਾਡੀ ਤਾਕਤ ਘਟਾ ਰਿਹਾ ਹੈ, ਤੇ ਸੱਚੇ ਪਾਤਸ਼ਾਹ ਜੀ ਆਪਣੀ ਤਾਕਤ ਦਿਨੋਂ ਦਿਨ ਵਧਾ ਰਿਹਾ ਹੈ। ਇਹਨੇ ਸਾਨੂੰ ਸਾਰਿਆਂ ਹਿੰਦੂਆਂ ਨੂੰ ਲੜਾ ਕੇ ਮਰਵਾਉਣਾ ਹੈ। ਆਪ ਜੀ ਸਾਡੀ ਸਹਾਇਤਾ ਕਰੋ, ਇਹਨਾਂ ਦੀ ਸਹਾਇਤਾ ਨਾ ਕਰੋ। ਹਿੰਦੂ ਸਭ ਅਲੰਬ ਹੈ ਤੁਮਰੇ। ਇਹ ਸਤਿਗੁਰੂ ਜੀ ਤੁਸੀਂ ਹਿੰਦੂਆਂ ਦੇ ਪੀਰ ਹੋ, ਹਿੰਦੂਆਂ ਦੇ ਗੁਰੂ ਹੋ। ਸਾਰੇ ਹਿੰਦੂ ਤੁਹਾਡੇ ਆਸਰੇ ਤੇ ਜੀ ਰਹੇ ਹਨ। ਸੁਨ ਬਿਨਤੀ ਗੁਰ ਭਏ ਕਿਰਪਾਲ। ਕਾਮਰੂਪ ਦੇਸ਼ ਦੇ ਰਾਜੇ ਦੀ ਨੀਤੀ ਨਿਪੁੰਨ ਬੇਨਤੀ ਸੁਣ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਇਆ ਦੇ ਘਰ ਵਿੱਚ ਆ ਗਏ। ਲੈ ਦਸਤਾਰ ਆਪ ਕਰ ਨਾਲ। ਮਹਾਰਾਜ ਨੇ ਆਪਣੇ ਹੱਥ ਵਿੱਚ ਇੱਕ ਦਸਤਾਰ ਮੰਗਾਈ ਹੈ, ਖਜ਼ਾਨੇ ਵਿੱਚੋਂ ਸੋਹਣੀ ਦਸਤਾਰ ਲੈ ਕੇ। ਨ੍ਰਿਪ ਕੇ ਸੀਸ ਧਰੀ ਜਿਸ ਕਾਲਾ। ਤੇ ਖਜ਼ਾਨੇ ਵਿੱਚੋਂ ਦਸਤਾਰ ਕਢਾ ਕੇ ਕਾਮਰੂਪ ਦੇਸ਼ ਦੇ ਰਾਜੇ ਦੇ ਸੀਸ ਤੇ ਸਜਾ ਦਿੱਤੀ ਹੈ। ਜਾਗੇ ਜਿਸਕੇ ਭਾਗ ਵਿਸਾਲਾ। ਕਵੀ ਰਾਜ ਜੀ ਕਹਿੰਦੇ ਉਹਦੇ ਭਾਗ ਜਾਗੇ ਹਨ ਜਿਹਦੇ ਸਿਰ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੱਥ ਟਿਕ ਗਿਆ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਮੋਹ ਭਰਮ ਕੇ ਜਟ ਕਪਾਟ। ਜਦੋਂ ਸਤਿਗੁਰਾਂ ਦਾ ਹੱਥ ਰਾਜੇ ਦੇ ਸਿਰ ਤੇ ਆਇਆ, ਰਾਜੇ ਦੇ ਜਿਹੜੇ ਮੋਹ ਭਰਮ ਦੇ ਕਪਾਟ ਬੰਦ ਪਏ ਸਨ ਨਾ ਜੁਗਾਂ ਜੁਗਾਂ ਤੋਂ, ਜਨਮਾਂ ਜਨਮਾਂਤਰਾਂ ਦੇ, ਉਹ ਕਪਾਟ ਖੁੱਲ੍ਹ ਗਏ। ਖੁੱਲ੍ਹੜੇ ਕਪਾਟ ਨਾਨਕ ਸਤਿਗੁਰ ਭੇਟ ਤੇ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਾਮਰੂਪ ਦੇਸ਼ ਦੇ ਰਾਜੇ ਦੇ ਸਿਰ ਤੇ ਹੋ ਗਈ। ਛੁਟਕ ਗਏ ਪਾਉਰੈ ਠਾਟ। ਜਿਹੜੇ ਕਪਾਟ ਬੰਦ ਸਨ, ਦਰਵਾਜ਼ੇ ਬੰਦ ਸਨ, 10ਵਾਂ ਦੁਆਰ ਬੰਦ ਸੀ, ਉਹ ਖੁੱਲ੍ਹ ਗਿਆ। ਜਦੋਂ ਮਹਾਰਾਜ ਦਾ ਹੱਥ ਸਿਰ ਤੇ ਆਇਆ, ਸਮਰੱਥ ਗੁਰੂ ਦੀ ਮਿਹਰ ਦ੍ਰਿਸ਼ਟੀ ਹੋਈ, ਭਰਮ ਦੇ ਪਰਦੇ ਪਾਟ ਗਏ। ਐਸੀ ਬਖਸ਼ਿਸ਼ ਹੋਈ, ਖੁੱਲਿਆ ਕਰਮ ਕਿਰਪਾ ਭਈ ਠਾਕੁਰ। ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਬਿਸਰਾਮਾ। ਮਿਟ ਗਈ ਸਗਲੀ ਧਾਈ, ਅਬ ਮੋਏ ਜੀਵਨ ਪਦਵੀ ਪਾਈ। ਚੀਤ ਆਇਓ ਮਨ ਪੁਰਖ ਵਿਦਾਤਾ, ਸੰਤਨ ਕੀ ਸਰਣਾਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋ ਗਈ। ਪੁਨ ਦੁਪੱਟਾ ਸੁੰਦਰ ਤਿਹ ਦਿਓ। ਫਿਰ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਬੜਾ ਸੁੰਦਰ ਹਜੂਰੀਆ, ਦੁਪੱਟਾ, ਦੁਸ਼ਾਲਾ ਰਾਜੇ ਦੇ ਗਲ ਵਿੱਚ ਪਾਇਆ ਹੈ। ਕਰੁਣਾ ਧਾਰ ਨਿਹਾਲ ਸੁਖੀਓ। ਤੇ ਮਿਹਰ ਦੀ ਦ੍ਰਿਸ਼ਟੀ ਕਰਕੇ ਜਿੱਥੇ ਰਾਜੇ ਦੇ ਸਿਰ ਤੇ ਆਪਣੇ ਹੱਥੀਂ ਦਸਤਾਰ ਸਜਾਈ, ਉਹਨੂੰ ਸਰੋਪਾ ਬਖਸ਼ਿਆ ਤੇ ਨਿਹਾਲ ਕਰ ਦਿੱਤਾ। ਖੰਜਰ ਸ਼ਸਤਰ ਨਹੀਂ ਇੱਕ ਦੀਨ। ਮਹਾਰਾਜ ਨੇ ਉਹਦੀ ਜਿਹੜੀ ਦਸਤਾਰ ਸੀ, ਉਹ ਜਦੋਂ ਉਹਨੂੰ ਵਾਪਸ ਦਿੱਤੀ, ਉਹਦਾ ਖੰਜਰ ਨਹੀਂ ਦਿੱਤਾ। ਜਿਹੜਾ ਆਪਣੀ ਸ਼ਕਤੀ ਨਾਲ ਮਹਾਰਾਜ ਨੇ ਉਹਦੇ ਬਸਤਰ ਤੇ ਖੰਜਰ ਮੰਗਾ ਲਏ ਸੀ ਨਾ, ਉਹ ਮਹਾਰਾਜ ਨੇ ਉਹਦੇ ਬਸਤਰ ਦੇ ਦਿੱਤੇ, ਪਰ ਖੰਜਰ ਨਹੀਂ ਦਿੱਤਾ। ਸ਼੍ਰੀ ਪ੍ਰਭ ਨਿਜ ਢਿਗ ਰਾਖਨ ਕੀਨ। ਉਹ ਖੰਜਰ ਸਤਿਗੁਰੂ ਜੀ ਨੇ ਆਪਣੇ ਕੋਲ ਰੱਖ ਲਿਆ। ਭੋ ਭੂਪਤ ਤੁਮ ਭਾਖਿਓ ਜੈਸੇ। ਤੇ ਫਿਰ ਮਹਾਰਾਜ ਰਾਜੇ ਨੂੰ ਕਹਿੰਦੇ ਆ, ਰਾਜਾ ਜਿਵੇਂ ਤੂੰ ਆਖਿਆ ਹੈ, ਹਮ ਭੀ ਕਰਿਓ ਚਹਤ ਹੈ ਤੈਸੇ। ਅਸੀਂ ਵੀ ਉਸੇ ਤਰ੍ਹਾਂ ਹੀ ਕਰਨਾ ਚਾਹੁੰਦੇ ਹਾਂ। ਅਸੀਂ ਵੀ ਹਿੰਦੂ ਰਾਜਿਆਂ ਨੂੰ ਆਪਸ ਵਿੱਚ ਲੜਦਾ ਨਹੀਂ ਵੇਖਣਾ ਚਾਹੁੰਦੇ। ਅਸੀਂ ਭਾਰਤ ਵਾਸੀਆਂ ਦੇ ਵਿੱਚ ਕਲਾ ਕਲੇਸ਼ ਨਹੀਂ ਕਰਾਉਣਾ ਚਾਹੁੰਦੇ। ਅਸੀਂ ਔਰੰਗਜ਼ੇਬ ਦੀਆਂ ਕੂਟਨੀਤੀਆਂ ਨੂੰ ਵੀ ਸਮਝਦੇ ਹਾਂ। ਇਹਨਾਂ ਦਾ ਖਾਨਦਾਨੀ ਪੇਸ਼ਾ ਚੱਲਿਆ ਆਇਆ, ਦਗੇਬਾਜ਼ੀ, ਧੋਖੇਬਾਜ਼ੀ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਦਾਦਾ ਜੀ ਨੂੰ ਧੋਖੇ ਨਾਲ ਬੁਲਾ ਕੇ ਜਹਾਂਗੀਰ ਬਾਦਸ਼ਾਹ ਨੇ ਲਾਹੌਰ ਦੇ ਵਿੱਚ ਸ਼ਹੀਦ ਕਰਵਾਇਆ ਸੀ। ਫਿਰ ਸਾਡੇ ਗੁਰਦੇਵ ਪਿਤਾ 6ਵੇਂ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕੀਤਾ ਸੀ। ਸੋ ਇਹਨਾਂ ਦੀਆਂ ਕੂਟਨੀਤੀਆਂ ਨੂੰ ਅਸੀਂ ਜਾਣਦੇ ਹਾਂ। ਕੋਈ ਨਾ ਚਿੰਤਾ ਚਿਤ ਮਹਿ ਕਰੀਐ। ਪਰ ਮਨ ਵਿੱਚ ਕੋਈ ਚਿੰਤਾ ਨਾ ਕਰ, ਕੋਈ ਫਿਕਰ ਨਾ ਕਰ। ਅਸੀਂ ਐਸਾ ਮਸਲੇ ਦਾ ਹੱਲ ਕਰਾਂਗੇ ਬਈ ਲਾਠੀ ਵੀ ਬਚ ਜਾਏਗੀ ਤੇ ਸੱਪ ਵੀ ਮਰ ਜਾਏਗਾ।
ਭਾਵ ਔਰੰਗਜ਼ੇਬ ਵੱਲੋਂ ਵੀ ਤੁਹਾਡਾ ਖਹਿੜਾ ਛੁੱਟ ਜਾਏਗਾ ਤੇ ਆਪਸ ਵਿੱਚ ਵੀ ਤੁਹਾਡਾ ਹਿੰਦੂ ਰਾਜਿਆਂ ਦਾ ਖੂਨ ਖਰਾਬਾ ਨਹੀਂ ਹੋਣ ਦਿਆਂਗੇ। ਹਮਰੇ ਬਾਕਨ ਕੇ ਅਨਸਰੀਹ। ਬਸ ਤੁਸੀਂ ਸਾਡਾ ਬਚਨ ਮੰਨ ਲੈਣਾ। ਜਿਵੇਂ ਅਸੀਂ ਕਵਾਂਗੇ ਉਹ ਰਾਜਾ ਬਿਸ਼ਨ ਸਿੰਘ ਵੀ ਮੰਨਣ ਨੂੰ ਤਿਆਰ ਹੈ ਤੇ ਤੁਸੀਂ ਵੀ ਮੰਨ ਜਾਓਗੇ। ਲੜਾਈ ਝਗੜਾ ਕਲਾ ਕਲੇਸ਼ ਦੁਸ਼ਮਣੀ ਮਿਟ ਜਾਏਗੀ। ਦੋਹੇ ਦੇਸ਼ ਜੈਸੇ ਹੋਏ ਸੁਖੈਨ। ਅਸੀਂ ਐਸਾ ਕੋਈ ਰਾਹ ਕੱਢਾਂਗੇ, ਮਸਲੇ ਦਾ ਐਸਾ ਹੱਲ ਕੱਢਾਂਗੇ ਵੀ ਦੋਵਾਂ ਪਾਸਿਆਂ ਤੋਂ ਸੁਖ ਰਹਿ ਜਾਵੇਗੀ। ਦੇਸ਼ ਬਿਖੈ ਜਿਸ ਤੇ ਤੋਹੇ ਪੈਨ। ਹਾਂ, ਤੇਰੇ ਦੇਸ਼ ਨੂੰ ਤੇਰੇ ਇਲਾਕੇ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਵੇਖਣਾ ਪਏਗਾ, ਕੋਈ ਲੜਾਈ ਦਾ ਮੂੰਹ ਨਹੀਂ ਵੇਖਣਾ ਪਏਗਾ, ਕੋਈ ਖੂਨ ਖਰਾਬਾ ਨਹੀਂ ਹੋਣ ਦਿਆਂਗੇ, ਕਿਸੇ ਜਾਨੀ ਜਾਂ ਮਾਲੀ ਨੁਕਸਾਨ ਨੂੰ ਅਸੀਂ ਨਹੀਂ ਹੋਣ ਦਿਆਂਗੇ। ਕਰਾਮਾਤ ਦੀਰਘ ਕੋ ਦੇਖ। ਸੱਚੇ ਪਾਤਸ਼ਾਹ ਦੀ ਇਹ ਵੱਡੀ ਕਰਾਮਾਤ ਵੇਖ ਕੇ ਜਿਹੜੇ ਬਸਤਰ ਸਤਿਗੁਰੂ ਜੀ ਨੇ ਆਪਣੀ ਸ਼ਕਤੀ ਨਾਲ ਮੰਗਾ ਲਏ ਸੀ, ਰਾਜੇ ਨੂੰ ਵਾਪਸ ਮੋੜੇ ਜਦੋਂ, ਤੇ ਆਪਣੇ ਬਸਤਰ ਪਛਾਣ ਕੇ ਮਹਾਰਾਜ ਦੀ ਪ੍ਰਤੱਖ ਕਲਾ ਵੇਖ ਕੇ ਸ਼ਰਦਾ ਧਾਰਤ ਹਰਥ ਵਿਸ਼ੇਖ। ਕਾਮਰੂਪ ਦੇਸ਼ ਦਾ ਰਾਜਾ ਬਹੁਤ ਜ਼ਿਆਦਾ ਹੀ ਸ਼ਰਧਾਲੂ ਹੋ ਗਿਆ। ਅੱਗੇ ਤਾਂ ਉਹਨੂੰ ਪਤਾ ਨਹੀਂ ਸੀ ਗੁਰੂ ਘਰ ਬਾਰੇ ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ, ਪਰ ਹੁਣ ਉਹਨੂੰ ਜਦੋਂ ਮਹਾਰਾਜ ਦੀ ਪ੍ਰਤੱਖ ਕਲਾ ਵੇਖ ਲਈ, ਉਹਨੇ ਮਹਾਰਾਜ ਦਾ ਚਮਤਕਾਰ ਵੇਖ ਲਿਆ ਤੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਨਮਸਕਾਰ ਕੀਤੀ ਹੈ। ਹਾਥ ਜੋਰ ਪੁਨ ਬਿਨਤੀ ਕਹੈ। ਕਾਮਰੂਪ ਦੇਸ਼ ਦਾ ਰਾਜਾ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਤਾਪ ਵੇਖ ਕੇ ਹੱਥ ਜੋੜ ਕੇ ਬੇਨਤੀ ਕਰਦਾ ਹੈ। ਹਿੰਦੂ ਧਰਮ ਹਮਾਰੋ ਹੈ। ਇਹ ਸੱਚੇ ਪਾਤਸ਼ਾਹ, ਅਸੀਂ ਹਿੰਦੂ ਧਰਮ ਨੂੰ ਮੰਨਦੇ ਹਾਂ, ਵੈਦਿਕ ਧਰਮ ਨੂੰ ਮੰਨਦੇ ਹਾਂ। ਸਾਡਾ ਹਿੰਦੂ ਧਰਮ ਹੈ, ਸਨਾਤਨ ਧਰਮ ਹੈ। ਕਰੋ ਸਹਾਏ ਦਾਸ ਕੀ ਐਸੇ। ਮਹਾਰਾਜ, ਅਸੀਂ ਆਪ ਜੀ ਦੇ ਸੇਵਕ ਹਾਂ, ਆਪ ਜੀ ਦੇ ਚਰਨਾਂ ਦੇ ਦਾਸ ਹਾਂ, ਸਾਡੀ ਸਹਾਇਤਾ ਕਰੋ। ਨਹੀਂ ਤੁਰਕ ਕੋ ਦੇਖੈ ਕੈਸੇ। ਸੱਚੇ ਪਾਤਸ਼ਾਹ, ਸਾਨੂੰ ਤੁਰਕ ਦਾ ਮੂੰਹ ਨਾ ਵੇਖਣਾ ਪਵੇ, ਜਿਹੜੇ ਸਾਡੇ ਧਰਮ ਦਾ ਨਾਸ ਕਰਨਾ ਚਾਹੁੰਦੇ ਆ, ਜਿਹੜੇ ਸਾਡੇ ਧਰਮ ਨੂੰ ਖਤਮ ਕਰਨਾ ਚਾਹੁੰਦੇ ਆ, ਮਲੇਸ਼ ਜਿਨ੍ਹਾਂ ਦੀ ਬਿਰਤੀ ਹੈ, ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ, ਠਾਕਰ ਦੁਆਰੇ ਢਾਏ ਕੈ ਤੇ ਠੌੜੀ ਮਸੀਤ ਉਸਾਰਾ। ਜਿਹੜੇ ਗਊਆਂ ਮਾਰਦੇ ਐ, ਗਰੀਬਾਂ ਦੇ ਜ਼ੁਲਮ ਕਰਦੇ ਐ, ਸਵਾ ਸਵਾ ਮਣ ਜਨੇਊ ਤੋੜਦੇ ਐ, ਜਿਹੜੇ ਮੰਦਰਾਂ ਨੂੰ ਢਾਂਦੇ ਐ ਤੇ ਮਸੀਤਾਂ ਬਣਾਉਂਦੇ ਐ, ਉਹਨਾਂ ਦੁਸ਼ਟਾਂ ਦੇ ਗੁਲਾਮ ਨਾ ਅਸੀਂ ਬਣੀਏ। ਸਾਡਾ ਬਸ ਇਹੀ ਆਪ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਹੈ, ਸਾਡੀ ਜੋਦੜੀ ਹੈ। ਆਪ ਜੀ ਇਸ ਗੱਲ ਦਾ ਖਿਆਲ ਰੱਖੋ। ਜਮਨ ਸੰਗ ਤੇ ਹਨ ਹੈ ਧਰਮ। ਕਿਉਂਕਿ ਇਹਨਾਂ ਬੰਦਿਆਂ ਦੇ ਤਾਂ ਸੰਗ ਕਰਨ ਨਾਲ ਹੀ ਧਰਮ ਨਸ਼ਟ ਹੋ ਜਾਂਦਾ ਹੈ। ਕਿਉਂਕਿ ਇਹਨਾਂ ਦਾ ਖਾਣਾ ਸਾਡੇ ਨਾਲ ਨਹੀਂ ਰਲਦਾ, ਇਹਨਾਂ ਦਾ ਪੀਣਾ ਸਾਡੇ ਨਾਲ ਨਹੀਂ ਰਲਦਾ, ਇਹਨਾਂ ਦਾ ਰਹਿਣ ਸਹਿਣ ਸਾਡੇ ਨਾਲ ਨਹੀਂ ਰਲਦਾ। ਜਿਹੜੀਆਂ ਚੀਜ਼ਾਂ ਨੂੰ ਸਾਡੇ ਧਰਮ 'ਚ ਵਰਤਣਾ ਮਨ੍ਹਾ ਕੀਤਾ ਗਿਆ ਹੈ, ਇਹ ਸ਼ਰੇਆਮ ਉਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਹਨ। ਜਿਹੜੀਆਂ ਸਾਡੇ ਧਰਮ ਵਿੱਚ ਚੀਜ਼ਾਂ ਮੰਨੀਆਂ ਜਾਂਦੀਆਂ, ਉਹਨਾਂ ਦਾ ਇਹ ਖੰਡਨ ਕਰਦੇ ਹਨ। ਸੋ ਇਸ ਕਰਕੇ ਸਤਿਗੁਰੂ ਜੀ, ਇਹਨਾਂ ਦਾ ਸੰਗ ਕਰਨ ਨਾਲ ਸਾਡਾ ਧਰਮ ਨਸ਼ਟ ਹੋ ਜਾਂਦਾ ਹੈ। ਬੋਲਨ ਮਿਲਨ ਸਪਰਸ਼ ਅਧਰਮ। ਇਹਨਾਂ ਨਾਲ ਬੋਲਣਾ, ਇਹਨਾਂ ਨਾਲ ਗੱਲਬਾਤ ਕਰਨੀ, ਇਹਨਾਂ ਨੂੰ ਛੂਹਣਾ ਮਹਾਰਾਜ ਸਾਡੇ ਧਰਮ ਦੇ ਲਈ ਬੜਾ ਮਾੜਾ ਹੁੰਦਾ ਹੈ। ਗੁਰ ਕੀ ਆਗਿਆ ਧਰਮ ਹਮਾਰੇ। ਪਰ ਆਪ ਜੀ ਦੀ ਆਗਿਆ, ਗੁਰੂ ਦੀ ਆਗਿਆ ਸਾਡਾ ਧਰਮ ਹੈ। ਗੁਰੂ ਦਾ ਬਚਨ ਮੰਨਣਾ ਇਹ ਸਾਡੇ ਧਰਮ ਦੇ ਵਿੱਚ ਜਾਇਜ਼ ਹੈ, ਪਰ ਅਸੀਂ ਤੁਰਕਾਂ ਦਾ ਬਚਨ ਨਹੀਂ ਮੰਨ ਸਕਦੇ ਗੁਰੂ ਜੀ। ਹਰਨ ਭਰਨ ਪ੍ਰਭ ਕਰਨੇ ਹਾਰੇ। ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਗੁਰੂ ਹਨ ਸਾਰੀ ਦੁਨੀਆ ਦੇ। ਉਹ ਸਾਡੇ ਹਿੰਦੂਆਂ ਦੇ ਲਈ ਵੀ ਸਤਿਕਾਰਯੋਗ ਅਵਤਾਰ ਹਨ। ਗੁਰੂ ਨਾਨਕ ਸ਼ਾਹ ਫਕੀਰ ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ। ਸਤਿਗੁਰੂ ਨਾਨਕ ਦੇਵ ਜੀ ਦਾ ਧਰਮ ਤਾਂ ਪੂਰੀ ਮਨੁੱਖਤਾ ਵਾਸਤੇ ਸਾਂਝਾ ਹੈ। ਕਿਸੇ ਨਾਲ ਵੈਰ ਵਿਰੋਧ ਵੀ ਨਹੀਂ ਕਰਦੇ ਗੁਰੂ ਸਾਹਿਬ। ਪਰ ਜੇ ਕੋਈ ਕਿਸੇ ਦੂਜੇ ਧਰਮ 'ਤੇ ਜ਼ੁਲਮ ਕਰੇ, ਅਤਿਆਚਾਰ ਕਰੇ, ਜਿਵੇਂ ਔਰੰਗਜ਼ੇਬ ਕਰ ਰਿਹਾ ਸੀ, ਤਾਂ ਫਿਰ ਉਹਦਾ ਸਾਥ ਨਹੀਂ ਦਿੰਦੇ, ਬਲਕਿ ਮਜ਼ਲੂਮਾਂ, ਗਰੀਬਾਂ, ਨਿਮਾਣਿਆਂ, ਨਿਤਾਣਿਆਂ ਲੋਕਾਂ ਦਾ ਸਤਿਗੁਰੂ ਸਾਥ ਦਿੰਦੇ। ਅਤੇ ਸਤਿਗੁਰੂ ਪਾਤਸ਼ਾਹ, ਤੁਸੀਂ ਸਾਡੇ ਗੁਰੂ ਹੋ,
ਸਾਡੇ ਧਰਮ ਦੀ ਰਾਖੀ ਤੁਸੀਂ ਕਰਨੀ ਹੈ। ਆਇਸ ਤੁਰਕੇਸ਼ਵਰ ਕੀ ਜੋਏ। ਜੋ ਔਰੰਗਜ਼ੇਬ ਦਾ ਹੁਕਮ ਹੈ ਹਮ ਤੇ ਨਹੀਂ ਮਨਾਵਹੁ ਸੋਏ। ਉਹ ਸਾਡੇ ਕੋਲੋਂ ਨਾ ਮਨਾਇਆ ਜੇ। ਸਾਨੂੰ ਤੁਰਕ ਦੀ ਈਨ ਮੰਨਣ ਲਈ ਮਹਾਰਾਜ ਮਜਬੂਰ ਨਾ ਕਰਿਆ ਜੇ। ਅਸੀਂ ਮਰ ਤਾਂ ਸਕਦੇ ਹਾਂ, ਪਰ ਇਸ ਔਰੰਗੇ ਦਾ, ਇਸ ਜ਼ਾਲਮ ਦਾ ਹੁਕਮ ਨਹੀਂ ਮੰਨ ਸਕਦੇ। ਸਾਨੂੰ ਬੇਸ਼ੱਕ ਮਹਾਰਾਜ ਆਪਣੇ ਹੱਥੀਂ ਮਾਰ ਦਿਓ, ਪਰ ਸਾਨੂੰ ਔਰੰਗਜ਼ੇਬ ਦੀ ਈਨ ਮੰਨਣ ਲਈ ਨਾ ਆਖਿਆ ਜੇ। ਇਹੋ ਕਾਰਜ ਪ੍ਰਭ ਬੜੋ ਹਮਾਰੋ। ਇਹ ਸਤਿਗੁਰੂ ਜੀ, ਸਾਡਾ ਇਹੀ ਵੱਡਾ ਕਾਰਜ ਹੈ। ਆਪ ਜੀ ਇਹ ਕਾਰਜ ਫਤਿਹ ਕਰੋ। ਅਪਰ ਕਹੋ ਜਿਮ ਹੈ ਅਨੁਸਾਰੋ। ਬਾਕੀ ਸਤਿਗੁਰੂ ਜੋ ਵੀ ਸਾਨੂੰ ਹੁਕਮ ਕਹੋਗੇ ਨਾ, ਅਸੀਂ ਉਹ ਹੁਕਮ ਮੰਨਾਂਗੇ। ਜੋ ਵੀ ਆਪ ਜੀ ਦੇ ਮੁਖ ਤੋਂ ਬਚਨ ਨਿਕਲੇਗਾ, ਉਹ ਭਾਵੇਂ ਆਪ ਜੀ ਦਿਨ ਨੂੰ ਰਾਤ ਕਹੋਗੇ, ਅਸੀਂ ਰਾਤ ਹੀ ਕਵਾਂਗੇ। ਜੇ ਆਪ ਰਾਤ ਨੂੰ ਕਹੋਗੇ ਵੀ ਦਿਨ ਹੈ, ਅਸੀਂ ਕਵਾਂਗੇ ਜੀ ਦਿਨ ਹੀ ਹੈ। ਆਪ ਜੀ ਦੇ ਬਚਨ ਤੇ ਅਸੀਂ ਫੁੱਲ ਚੜਾਵਾਂਗੇ। ਪਰ ਸਤਿਗੁਰੂ ਜੀ, ਸਾਨੂੰ ਔਰੰਗਜ਼ੇਬ ਦੀ ਈਨ ਮੰਨਣ ਤੋਂ ਬਚਾ ਲਿਆ ਜੇ। ਸਤਿਗੁਰ ਕਿਰਪਾ ਤਾਰ ਤਬ ਕਹਿਓ। ਰਾਜੇ ਦੀ ਧਰਮ ਨਿਸ਼ਠਾ ਵੇਖ ਕੇ, ਆਪਣੇ ਦੇਸ਼ ਪ੍ਰਤੀ, ਆਪਣੀ ਕੌਮ ਪ੍ਰਤੀ ਸੁਹਿਰਦਤਾ ਵੇਖ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਹੁਤ ਪ੍ਰਸੰਨ ਹੋਏ, ਕਿਉਂਕਿ ਸਤਿਗੁਰੂ ਵੀ ਅਣਖ ਦੇ ਬੜੇ ਪੱਕੇ ਸਨ। ਮਹਾਰਾਜ ਜਾਣਦੇ ਸਨ ਵੀ ਔਰੰਗਜ਼ੇਬ ਮੁਗਲ ਬਾਦਸ਼ਾਹ ਕਿਸ ਤਰ੍ਹਾਂ ਲੋਕਾਂ ਦੇ ਉੱਤੇ ਜ਼ੁਲਮ ਕਰ ਰਿਹਾ ਹੈ, ਮਹਾਂਪੁਰਸ਼ਾਂ, ਸੰਤਾਂ, ਭਗਤਾਂ ਨੂੰ ਦੁੱਖ ਦੇ ਰਿਹਾ ਹੈ। ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਨਾਲ ਵੀ ਔਰੰਗਜ਼ੇਬ ਨੇ ਚੰਗਾ ਵਿਹਾਰ ਨਹੀਂ ਕੀਤਾ, ਗੁਰੂ ਘਰ 'ਚ ਫੁੱਟ ਪਵਾਈ ਹੈ। ਫਿਰ 8ਵੇਂ ਪਾਤਸ਼ਾਹ ਨੂੰ ਦਿੱਲੀ ਬੁਲਾ ਕੇ ਖੇਚਲ ਦਿੱਤੀ ਹੈ। ਹੁਣ ਸਾਡੇ ਨਾਲ ਵੀ ਚੰਗਾ ਨਹੀਂ ਵਰਤਦਾ। ਇਹ ਗੁਰੂ ਤੇਗ ਬਹਾਦਰ ਸਾਹਿਬ ਸਾਰਾ ਇਤਿਹਾਸ ਜਾਣਦੇ ਸਨ। ਤੇ ਬਾਕੀ ਹਿੰਦੂ ਲੋਕਾਂ ਦੇ ਨਾਲ ਵੀ ਔਰੰਗਜ਼ੇਬ ਦਾ ਜੋ ਵਤੀਰਾ ਚੱਲ ਰਿਹਾ ਸੀ, ਜਾਂ ਸਾਧੂ ਸੰਤਾਂ, ਮਹਾਂਪੁਰਸ਼ਾਂ, ਸੂਫੀ ਫਕੀਰਾਂ ਨਾਲ ਵੀ ਸਰਮਦ ਵਰਗੇ ਮਹਾਂਪੁਰਸ਼ਾਂ ਨੂੰ ਕਤਲ ਕਰਵਾ ਦਿੱਤਾ ਸੀ ਔਰੰਗਜ਼ੇਬ ਨੇ। ਦਾਰਾ ਸ਼ਿਕੋਹ ਨੂੰ ਮਰਵਾ ਦਿੱਤਾ ਸੀ। ਹੋਰ ਬੜੇ ਜ਼ੁਲਮ ਕੀਤੇ ਸਨ। ਉਹ ਸਾਰੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਾਰਤਾ ਦਾ ਪਤਾ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਰਾਜੇ ਦੀ ਬੇਨਤੀ ਸੁਣ ਕੇ ਬੜੇ ਖੁਸ਼ ਹੋਏ ਹਨ। ਹਮ ਤਿਮ ਕਰਹਿ ਜਿਮ ਹੈ ਤੁਮ ਚਹਿਓ। ਮਹਾਰਾਜ ਕਹਿੰਦੇ, ਰਾਜਾ ਜੀ, ਅਸੀਂ ਵੀ ਉਹੀ ਕੁਝ ਕਰਨਾ ਚਾਹੁੰਦੇ ਹਾਂ ਜੋ ਤੂੰ ਚਾਹੁੰਦਾ ਹੈ। ਸਾਡਾ ਤੇ ਤੁਹਾਡਾ ਨਿਸ਼ਾਨਾ, ਮਿਸ਼ਨ ਇੱਕੋ ਹੀ ਹੈ। ਅਸੀਂ ਵੀ ਇਹ ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟਣੀਆਂ ਚਾਹੁੰਦੇ ਹਾਂ, ਜਿਹੜੇ ਦੇਸ਼ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਆ ਕੇ ਬਾਹਰਲੇ ਮੁਲਕਾਂ ਤੋਂ ਇੱਥੋਂ ਦੀ ਮਰਜ਼ਾਦਾ ਨੂੰ ਖਤਮ ਕਰਨਾ ਚਾਹੁੰਦੇ, ਜਿਹੜੇ ਧਰਮ ਦਾ ਨੁਕਸਾਨ ਕਰਨਾ ਚਾਹੁੰਦੇ, ਔਰ ਜਿਹੜੇ ਸਾਧੂ ਸੰਤਾਂ, ਮਹਾਂਪੁਰਸ਼ਾਂ, ਗਊਆਂ ਗਰੀਬਾਂ 'ਤੇ ਜ਼ੁਲਮ ਢਾਉਂਦੇ ਹੈ, ਉਹਨਾਂ ਦੇ ਨਾਲ ਸਾਡੀ ਵੀ ਟੱਕਰ ਹੈ। ਬਿਸ਼ਨ ਸਿੰਘ ਧਰਮਾਤਮ ਰਾਜਾ। ਬਿਸ਼ਨ ਸਿੰਘ ਜਿਹੜਾ ਹੈ ਉਹ ਧਰਮਾਤਮਾ ਰਾਜਾ ਹੈ। ਉਹਦੇ ਨਾਲ ਤੇਰਾ ਅਸੀਂ ਜੰਗ ਨਹੀਂ ਹੋਣ ਦਿਆਂਗੇ। ਹਮ ਹੋ ਭਰੋਸੇ ਸਾਜਿਓ ਕਾਜਾ। ਉਹ ਸਿਰਫ ਸਾਡੇ ਭਰੋਸੇ ਤੇ ਤੁਹਾਡੇ ਨਾਲ ਇੱਧਰ ਇਸ ਮੁਹਿੰਮ ਤੇ ਆਇਆ ਹੈ। ਔਰੰਗਜ਼ੇਬ ਨੇ ਉਹਨੂੰ ਜ਼ਬਰਦਸਤੀ ਭੇਜਿਆ ਹੈ। ਉਹਦੀ ਵੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ। ਕੋਈ ਵੀ ਹਿੰਦੂ ਦੂਜੇ ਹਿੰਦੂ ਰਾਜੇ ਦਾ ਰਾਜ ਨੂੰ ਨੁਕਸਾਨ ਪਹੁੰਚਾਵੇ, ਹਿੰਦੂ ਰਾਜਾ ਹਿੰਦੂ ਰਾਜੇ ਦੇ ਰਾਜ ਨੂੰ ਕਿਸੇ ਤਰ੍ਹਾਂ ਦਾ ਘਾਟਾ ਪਹੁੰਚਾਵੇ, ਅਸੀਂ ਇਹ ਵੀ ਨਹੀਂ ਚਾਹੁੰਦੇ। ਤੇ ਰਾਜਾ ਬਿਸ਼ਨ ਸਿੰਘ ਵੀ ਨਹੀਂ ਚਾਹੁੰਦਾ। ਪਰ ਔਰੰਗਜ਼ੇਬ ਦੀ ਨੀਤੀ ਐਸੀ ਹੈ, ਉਹ ਆਪਣੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਤੇ ਦੂਜਿਆਂ ਨੂੰ ਲੜਾ ਕੇ ਆਪਣਾ ਰਾਜ ਕਾਇਮ ਕਰਨਾ ਚਾਹੁੰਦਾ ਹੈ। ਇਸ ਕਰਕੇ ਅਸੀਂ ਔਰੰਗਜ਼ੇਬ ਦੀ ਚਾਲ ਨਹੀਂ ਚੱਲਣ ਦਿਆਂਗੇ। ਹਿਰਦੈ ਸਰਲ ਛਲ ਰੰਚਕ ਨਾਹੀ। ਰਾਜਾ ਬਿਸ਼ਨ ਸਿੰਘ ਦੇ ਮਨ ਵਿੱਚ ਤੇਰੇ ਪ੍ਰਤੀ ਕੋਈ ਵੈਰ ਵਿਰੋਧ ਨਹੀਂ ਹੈ, ਕੋਈ ਛਲ ਕਪਟ ਨਹੀਂ ਹੈ। ਉਹਦੀ ਤਾਂ ਸਿਰਫ ਡਿਊਟੀ ਲਾਈ ਹੈ ਔਰੰਗਜ਼ੇਬ ਨੇ। ਚਲ ਹੈ ਅਬ ਹੈ ਹਮ ਆਇਸ ਮਾਹੀ। ਉਹ ਸਾਡੀ ਆਗਿਆ ਵਿੱਚ ਚੱਲਦਾ ਹੈ ਤੇ ਹੁਣ ਅੱਗੇ ਨੂੰ ਵੀ ਚੱਲੇਗਾ। ਤਿਸ ਸੋ ਮਿਲਹੋ ਸੰਧ ਕਰ ਲੀਜੈ। ਹੇ ਕਾਮਰੂਪ ਨਰੇਸ਼, ਹੇ ਅਸਾਮ ਦੇ ਰਾਜਾ ਜੀ, ਤੁਸੀਂ ਸਾਡਾ ਬਚਨ ਮੰਨੋ ਤੇ ਰਾਜੇ ਬਿਸ਼ਨ ਸਿੰਘ ਨਾਲ ਇੱਕ ਮੁਲਾਕਾਤ ਕਰ ਲਓ। ਦੋਵੇਂ ਰਾਜੇ ਬੈਠ ਕੇ ਤੁਸੀਂ ਆਪਸ ਸੰਧੀ ਕਰ ਲਓ, ਸੁਲ੍ਹਾ ਸਫਾਈ ਕਰ ਲਓ। ਜਿਹੜਾ ਕੋਈ ਬਾਦਸ਼ਾਹ ਔਰੰਗਜ਼ੇਬ ਦਾ ਮੂੰਹ ਪੂੰਝਣਾ ਹੈ, ਉਹ ਐਸੇ ਤਰੀਕੇ ਦੇ ਨਾਲ ਕੋਈ ਖੇਡੋ ਗੱਲ, ਕੋਈ ਰਾਜਨੀਤੀ ਦੀ ਕੋਈ ਐਸਾ ਫੈਸਲਾ ਕਰੋ ਵੀ ਔਰੰਗਜ਼ੇਬ ਦਾ ਵੀ ਮੂੰਹ ਬੰਦ ਹੋ ਜਾਵੇ,
ਬਿਸ਼ਨ ਸਿੰਘ ਦੀ ਵੀ ਇੱਜ਼ਤ ਰਹਿ ਜਾਵੇ ਤੇ ਤੁਹਾਡੀ ਵੀ ਰਹਿ ਜਾਵੇ। ਆਪਣੋ ਕਾਜ ਸੁਧਾਰਨ ਕੀਜੈ। ਮਿਲਵੇ ਕੀ ਮਹਿਮਾ ਬਰਨ ਨਾ ਸਾਕੋ, ਨਾਨਕ ਪਰੈ ਪਰੀਲਾ। ਤੁਸੀਂ ਆਪਣਾ ਕੰਮ ਸੁਧਾਰ ਲਓ, ਆਪਣਾ ਕੰਮ ਜਿਹੜਾ ਤੁਹਾਡਾ ਹੈ ਉਹਨੂੰ ਤੁਸੀਂ ਦੇਸ਼ ਨੂੰ ਵੀ ਬਚਾ ਲਓ, ਆਪਣੀ ਮਾਣ ਮਰਜ਼ਾਦਾ ਇੱਜ਼ਤ ਵੀ ਬਚਾ ਲਓ। ਅਸੀਂ ਤੁਹਾਡਾ ਜੰਗੀ ਤੌਰ 'ਤੇ ਨਜਾਨੀ ਮਾਲੀ ਕੋਈ ਨੁਕਸਾਨ ਨਹੀਂ ਕਰਾਉਣਾ ਚਾਹੁੰਦੇ, ਤੇ ਸਾਡਾ ਇਹੀ ਇਰਾਦਾ ਹੈ ਵੀ ਸੁਲ੍ਹਾ ਸਫਾਈ ਦੇ ਨਾਲ ਸਾਰਾ ਮਸਲਾ ਹੱਲ ਹੋ ਜਾਵੇ। ਨਹੀਂ ਤੁਰਕ ਸੋ ਮੇਲਾ ਹੋਏ। ਤੁਰਕ ਦੇ ਨਾਲ ਔਰੰਗਜ਼ੇਬ ਦੇ ਨਾਲ ਮੁਲਾਕਾਤ ਕਰਨ ਦੀ ਤੁਹਾਨੂੰ ਲੋੜ ਹੀ ਨਹੀਂ ਪੈਣੀ। ਤੁਹਾਨੂੰ ਔਰੰਗਜ਼ੇਬ ਕੋਲ ਜਾਣ ਦੀ ਕੋਈ ਲੋੜ ਨਹੀਂ ਹੈ, ਤੁਰਕ ਦਾ ਮੂੰਹ ਵੇਖਣ ਦੀ ਲੋੜ ਨਹੀਂ ਹੈ। ਹਰਖਤ ਰਹੋ ਪਰਸਪਰ ਦੋਏ। ਔਰ ਪ੍ਰਸੰਨ ਹੋ ਕੇ ਖੁਸ਼ੀ ਖੁਸ਼ੀ ਦੋਵੇਂ ਰਾਜੇ ਆਪਸ ਵਿੱਚ ਰਹੋ। ਸੁਨ ਕਰ ਕਹਿਓ ਗੁਰ ਗਤ ਦੈਨ। ਇਹ ਸੁਣ ਕੇ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ। ਸੁਨ ਕਰ ਕਹਿਓ ਗੁਰ ਗਤ ਦੈਨ। ਰਾਜੇ ਨੇ ਬੇਨਤੀ ਕੀਤੀ ਵੀ ਹੇ ਸੱਚੇ ਪਾਤਸ਼ਾਹ, ਹੇ ਮੁਕਤੀ ਦਾਤੇ ਸਤਿਗੁਰੂ ਜੀ, ਰਾਵਰ ਕੋ ਹਮ ਮਾਨਿਓ ਬੈਨ। ਹੇ ਸਤਿਗੁਰੂ ਜੀ, ਅਸੀਂ ਆਪ ਜੀ ਦਾ ਬਚਨ ਮੰਨਿਆ ਹੈ। ਤਉ ਏਕ ਬਿਨਤੀ ਸੁਨ ਲੀਜੈ। ਜੋ ਆਪ ਜੀ ਦਾ ਹੁਕਮ ਹੈ ਉਹ ਸਾਡੇ ਸਿਰ ਮੱਥੇ ਤੇ। ਫਿਰ ਵੀ ਮਹਾਰਾਜ ਇੱਕ ਬੇਨਤੀ ਮੈਂ ਕਰਦਾ ਹਾਂ। ਲਸ਼ਕਰ ਮੈਂ ਬਹੁ ਤੁਰਕ ਜਨੀਜੈ। ਇਹ ਜਿਹੜੀ ਫੌਜ ਆਈ ਹੈ ਨਾ ਬਿਸ਼ਨ ਸਿੰਘ ਦੇ ਨਾਲ, ਇਹਦੇ 'ਚ ਹਿੰਦੂ ਫੌਜ ਘੱਟ ਹੈ ਤੇ ਮੁਸਲਮਾਨਾਂ ਦੀ ਫੌਜ ਜ਼ਿਆਦਾ ਹੈ। ਤਿਨਹੁ ਨਾ ਹੀਰੈ ਆਨ ਹਮਾਰੇ। ਅਸੀਂ ਉਹਨਾਂ ਦੇ ਵੀ ਦਰਸ਼ਨ ਨਹੀਂ ਕਰਨਾ ਚਾਹੁੰਦੇ। ਮਹਾਰਾਜ ਜਦੋਂ ਬਿਸ਼ਨ ਸਿੰਘ ਨਾਲ ਮੇਰੀ ਮੁਲਾਕਾਤ ਹੋਵੇ ਨਾ, ਇਹ ਮੇਰੀ ਬੇਨਤੀ ਹੈ ਵੀ ਰਾਜਾ ਬਿਸ਼ਨ ਸਿੰਘ ਆਵੇ ਜਾਂ ਹਿੰਦੂ ਅਫਸਰ ਆਉਣ, ਜਿਹੜੇ ਮੁਸਲਮਾਨ ਹਨ ਉਹਨਾਂ ਦੇ ਅਸੀਂ ਮੱਥੇ ਨਹੀਂ ਲੱਗਣਾ ਚਾਹੁੰਦੇ। ਅਰ ਨਹ ਮਿਲਹਿ ਆਏ ਇਸ ਪਾਰੇ। ਉਹ ਸਾਡੇ ਕੋਲ ਨਾ ਆਉਣ, ਅਸੀਂ ਉਹਨਾਂ ਦੇ ਕੋਲ ਨਹੀਂ ਜਾਣਾ। ਸਾਡੇ ਕੋਲ ਰਾਜਾ ਬਿਸ਼ਨ ਸਿੰਘ ਆਵੇ, ਜੀ ਸਦਕੇ ਸਾਡਾ ਜਾਤ ਭਾਈ ਹੈ, ਸਾਡੀ ਧਾਰਮਿਕ ਸਾਂਝ ਹੈ ਉਹਦੇ ਨਾਲ, ਸਾਡਾ ਬਾਟਾ ਇੱਕ ਹੈ। ਤੁਰਕਾਂ ਦੇ ਨਾਲ ਸਾਡਾ ਖਾਣਾ ਪੀਣਾ ਨਹੀਂ ਰਲਦਾ, ਇਸ ਕਰਕੇ ਅਸੀਂ ਤੁਰਕਾਂ ਨੂੰ ਨਹੀਂ ਵੇਖਣਾ ਚਾਹੁੰਦੇ। ਬ੍ਰਹਮ ਪੁੱਤਰ ਕੇ ਪਾਰ ਜੇ ਆਵਹੋ। ਜੇ ਗੁਰੂ ਜੀ ਆਪ ਸਾਡੇ ਇਲਾਕੇ 'ਚ ਬ੍ਰਹਮਪੁੱਤਰ ਦੇ ਪਰਲੇ ਪਾਸੇ ਆਉਣਾ ਚਾਹੋ ਤਾਂ ਦਰਵਾਜ਼ੇ ਖੁੱਲ੍ਹੇ ਹਨ। ਤੁਸੀਂ ਸਾਡੇ ਗੁਰੂ ਹੋ, ਸਾਡੀ ਸੇਵਾ ਪ੍ਰਵਾਨ ਕਰੋ, ਅਸੀਂ ਸੇਵਾ ਕਰਾਂਗੇ। ਜੇ ਰਾਜਾ ਬਿਸ਼ਨ ਸਿੰਘ ਜੀ ਨਾਲ ਆਉਣਗੇ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਾਂਗੇ। ਪਾਵਨ ਚਰਨ ਆਪਣੇ ਪਾਵਹੋ। ਸਾਡੇ ਘਰ ਆਓ ਮਹਾਰਾਜ, ਸਾਡਾ ਘਰ ਨਹੀਂ ਤੁਹਾਡਾ ਹੀ ਘਰ ਹੈ। ਤੁਸੀਂ ਸਾਰੀ ਧਰਤੀ ਦੇ ਮਾਲਕ ਹੋ। ਕਬੀਰ ਧਰਤੀ ਸਾਧ ਕੀ, ਧਰਤੀ ਦਾ ਸਾਧੂਆਂ ਮਹਾਂਪੁਰਸ਼ਾਂ ਬ੍ਰਹਮ ਗਿਆਨੀਆਂ ਦੀ ਹੁੰਦੀ ਹੈ। ਤੇ ਮਹਾਰਾਜ ਤੁਸੀਂ ਆ ਕੇ ਅਸਾਮ ਦੇਸ਼ ਨੂੰ ਪਵਿੱਤਰ ਕਰੋ। ਦੇਸ਼ ਪੁਨੀਤ ਕਰੋ ਤੁਮ ਆਏ। ਆ ਕੇ ਸਾਡਾ ਦੇਸ਼ ਪਵਿੱਤਰ ਕਰ ਦਿਓ, ਚਰਨ ਪਾ ਦਿਓ ਮਹਾਰਾਜ। ਸਗਰੇ ਨਾਰੇ ਸ਼ੁਭ ਦਰਸ਼ਨ ਪਾਏ। ਨਾਲੇ ਸਾਡੇ ਦੇਸ਼ ਦੇ ਲੋਕਾਂ ਨੂੰ ਆਪ ਜੀ ਦੇ ਪਾਵਨ ਪਵਿੱਤਰ ਦਰਸ਼ਨ ਹੋਣਗੇ। ਸਾਡੇ ਦੇਸ਼ ਵਾਸੀ ਵੀ ਆਪ ਦੇ ਦਰਸ਼ਨ ਕਰਕੇ ਆਪਣੇ ਨੇਤਰ ਸਫਲੇ ਕਰਨਗੇ। ਹੋਏ ਕਰਤਾਰਥ ਦੇਹ ਉਪਾਇਨ। ਆਪ ਜੀ ਦੇ ਚਰਨਾਂ 'ਚ ਭੇਟਾ ਰੱਖ ਕੇ ਸਾਡੇ ਦੇਸ਼ ਵਾਸੀ ਆਪਣੀਆਂ ਭੇਟਾਵਾਂ ਵੀ, ਆਪਣੀ ਮਾਇਆ ਵੀ ਸਫਲੀ ਕਰ ਲੈਣਗੇ। ਸੀਸ ਸਪਰਸ਼ ਹੈ ਰਾਵਰ ਪਾਇਨ। ਔਰ ਆਪ ਜੀ ਦੇ ਚਰਨਾਂ ਤੇ ਆਪਣਾ ਸੀਸ ਰੱਖ ਕੇ, ਆਪ ਜੀ ਦੇ ਚਰਨ ਪਰਸ ਕੇ ਅਸੀਂ ਆਪਣਾ ਜੀਵਨ ਸਫਲਾ ਕਰਾਂਗੇ। ਬਿਸ਼ਨ ਸਿੰਘ ਕੋਲੇ ਕਰ ਸਾਥ। ਰਾਜੇ ਬਿਸ਼ਨ ਸਿੰਘ ਨੂੰ ਨਾਲ ਲੈ ਕੇ ਆਓ ਗੁਰੂ ਜੀ। ਆਵਹੁ ਦੇਸ਼ ਤਿਸੀ ਗੁਰਨਾਥ। ਕਿਸੇ ਹਿੰਦੂ ਅਫਸਰ ਨੂੰ ਨਾਲ ਲਿਆਣਾ ਹੋਵੇ ਤਾਂ ਲੈ ਆਉਣਾ, ਪਰ ਇਹਨਾਂ ਤੁਰਕਾਂ ਨੂੰ ਨਾ ਲਿਆਉਣਾ, ਕਿਉਂਕਿ ਇਹ ਸਾਡੀ ਆਪਸ ਸੁਲ੍ਹਾ ਹੋਣ ਨਹੀਂ ਦੇਣਗੇ। ਇਹ ਤਾਂ ਹਿੰਦੂ ਰਾਜਿਆਂ ਨੂੰ ਆਪਸ 'ਚ ਲੜਾ ਕੇ ਰਾਜੀ ਹਨ। ਤੁਸੀਂ ਸਤਿਗੁਰੂ ਜੀ ਸਾਨੂੰ ਆਪਸ ਵਿੱਚ ਮਿਲਾ ਕੇ ਰਾਜੀ ਹੋ, ਇਸ ਕਰਕੇ ਇਹਨਾਂ ਦੇ ਮੱਥੇ ਨਾ ਸਾਨੂੰ ਲਾਓ। ਤੇ ਰਾਜੇ ਬਿਸ਼ਨ ਸਿੰਘ ਨੂੰ ਲੈ ਕੇ ਤੁਸੀਂ ਸਾਡੇ ਇਲਾਕੇ 'ਚ ਆ ਜਾਓ। ਤਹ ਦੋਨੋਂ ਕੇ ਕੋ ਕਰਹੋ ਮਿਲਾਪ। ਉੱਥੇ ਸਾਡੇ ਦੇਸ਼ ਵਿੱਚ ਆ ਕੇ ਸਾਡੇ ਦੋਵਾਂ ਰਾਜਿਆਂ ਦਾ, ਹਿੰਦੂ ਰਾਜਿਆਂ ਦਾ ਆਪਸ 'ਚ ਮਿਲਾਪ ਕਰਾ ਦਿਓ। ਦੋਹੇ ਦੇਸ਼ ਮਨ ਹੈ ਕਹੋ ਜੋ ਆਪ। ਹੇ ਸਤਿਗੁਰੂ ਜੀ, ਦੋਵੇਂ ਪਾਸੇ ਆਪ ਜੀ ਦਾ ਬਚਨ ਮੰਨਾਂਗੇ। ਮੈਂ ਤਾਂ ਆਪ ਜੀ ਨੂੰ ਹੁਣੇ ਹੀ ਬਚਨ ਦਿੰਦਾ ਵੀ ਜੋ ਤੁਸੀਂ ਕਹਿ ਦਿਓਗੇ ਨਾ, ਮੈਂ ਉਹਨੂੰ ਹੀ ਸੱਤ ਕਰਕੇ ਮੰਨਾਂਗਾ।
ਜੇ ਮੈਨੂੰ ਕਹੋਗੇ ਵੀ ਬਿਸ਼ਨ ਸਿੰਘ ਦੇ ਚਰਨੀ ਹੱਥ ਲਾ ਦੇ, ਮੈਂ ਲਾ ਦਿਆਂਗਾ। ਜੇ ਮਹਾਰਾਜ ਮੈਨੂੰ ਤੁਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਘਾਟਾ ਪਾਉਣ ਨੂੰ ਕਹੋਗੇ, ਮੈਂ ਉਹ ਘਾਟਾ ਵੀ ਸਹਿ ਲਵਾਂਗਾ, ਪਰ ਮੈਂ ਔਰੰਗਜ਼ੇਬ ਦੀ ਗੁਲਾਮੀ ਨਹੀਂ ਸਹਾਂਗਾ, ਉਸ ਤੁਰਕ ਦੇ ਮੈਂ ਅਧੀਨ ਨਹੀਂ ਹੋਵਾਂਗਾ। ਸਤਿਗੁਰ ਕਹਿਓ ਇਸੀ ਬਿਦ ਹੋਏ। ਸਤਿਗੁਰੂ ਬੜੇ ਖੁਸ਼ ਹੋਏ, ਕਹਿਣ ਲੱਗੇ ਕਾਮਰੂਪ ਦੇ ਰਾਜੇ ਨੂੰ ਕਿ ਹੇ ਕਾਮਰੂਪ ਪਤੀ, ਜਿਵੇਂ ਤੂੰ ਕਹਿ ਨਾ ਅਸੀਂ ਇਦਾਂ ਹੀ ਕਰਾਂਗੇ। ਤੇਰੇ ਵਿਪਰਾ ਕਰਹਿ ਨ ਕੋਏ। ਤੇਰਾ ਨੁਕਸਾਨ ਨਹੀਂ ਹੋਣ ਦੇਾਂਗੇ, ਤੈਨੂੰ ਘਾਟਾ ਨਹੀਂ ਪੈਣ ਦੇਾਂਗੇ, ਤੈਨੂੰ ਕਿਸੇ ਅੱਗੇ ਝੁਕਣ ਵੀ ਨਹੀਂ ਦੇਾਂਗੇ, ਤੇਰੀ ਬੇਇੱਜ਼ਤੀ ਨਹੀਂ ਹੋਣ ਦੇਾਂਗੇ। ਜਬ ਕੋ ਆਨ ਸ਼ਰਨ ਤੈ ਪਰਿਓ। ਜਦੋਂ ਤੂੰ ਸਾਡੀ ਸ਼ਰਣੀ ਆ ਕੇ ਪੈ ਗਿਆ, ਗੁਰੂ ਨਾਨਕ ਦੇ ਘਰ ਆ ਗਿਆ, ਤਾਂ ਇੱਥੇ ਫਿਰ ਕੋਈ ਵੈਰ ਵਿਰੋਧ ਨਹੀਂ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਇਹ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਬਿਰਧ ਹੈ, ਜਿਹੜਾ ਇਹਨਾਂ ਦੇ ਚਰਨਾਂ 'ਚ ਆ ਜਾਂਦਾ ਹੈ, ਉਹਦੀ ਬਾਂਹ ਫੜ ਲੈਂਦੇ ਹਨ। ਹਮ ਚਾਹ ਦੋਨੋਂ ਕੋ ਭਲ ਕਰਿਓ। ਅਸੀਂ ਰਾਜਾ ਦੋਵਾਂ ਰਾਜਿਆਂ ਦਾ ਭਲਾ ਕਰਾਂਗੇ, ਤੇਰਾ ਵੀ ਭਲਾ ਕਰਾਂਗੇ, ਤੇਰਾ ਨੁਕਸਾਨ ਨਹੀਂ ਹੋਣ ਦਿਆਂਗੇ, ਤੇ ਰਾਜੇ ਬਿਸ਼ਨ ਸਿੰਘ ਦੀ ਵੀ ਇੱਜ਼ਤ ਬਣਾ ਕੇ ਲੈ ਜਾਵਾਂਗੇ। ਸਾਦਰ ਗੁਰੂ ਦਿਓ ਸਿਰ ਪਾਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜਾ ਸਤਿਕਾਰ ਕਰਕੇ ਕਾਮਰੂਪ ਦੇਸ਼ ਦੇ ਰਾਜੇ ਅਸਾਮਪਤੀ ਰਾਜੇ ਦੀ ਮਹਾਰਾਜ ਨੇ ਸਰੋਪਾ ਦੇ ਕੇ ਇੱਜ਼ਤ ਕੀਤੀ ਹੈ। ਬੰਧਨ ਕਰ ਗਮਨਿਓ ਤਬ ਰਾਏ। ਰਾਜਾ ਮੱਥਾ ਟੇਕ ਕੇ ਆਪਣੇ ਦੇਸ਼ ਨੂੰ ਚਲਾ ਗਿਆ, ਨਿਸ ਮਹਿ ਨੌਕਾ ਪਰ ਚੜ ਗਇਓ। ਤੇ ਰਾਤ ਨੂੰ ਆਪਣੀ ਕਿਸ਼ਤੀ ਤੇ ਚੜ ਕੇ ਆਪਣੇ ਦੇਸ਼ ਵਾਪਸ ਚਲਾ ਗਿਆ। ਪ੍ਰਾਪਤ ਭਵਨ ਆਪਨੇ ਭਇਓ। ਆਪਣੇ ਘਰ ਚਲਾ ਗਿਆ, ਆਪਣੇ ਸ਼ਹਿਰ ਚਲਾ ਗਿਆ। ਭਈ ਪ੍ਰਾਤ ਨਿਜ ਦਾਸ ਪਠਾਇਓ। ਸਵੇਰ ਹੋਈ ਜਦੋਂ ਬਿਸ਼ਨ ਸਿੰਘ ਕੋ ਨਿਕਟ ਬੁਲਾਇਓ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੇਵਾਦਾਰ ਭੇਜਿਆ ਵੀ ਜਾ ਰਾਜੇ ਬਿਸ਼ਨ ਸਿੰਘ ਨੂੰ ਸਾਡੀ ਹਜ਼ੂਰੀ 'ਚ ਹਾਜ਼ਰ ਕਰ। ਕੀਨ ਬੰਦਨਾ ਬੈਠਿਓ ਪਾਸ। ਰਾਜਾ ਬਿਸ਼ਨ ਸਿੰਘ ਆਇਆ ਤੇ ਮੱਥਾ ਟੇਕ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਗਿਆ। ਭਨਤ ਬਿਨਾ ਮੈਂ ਹਾਂ ਤੁਮ ਦਾਸ। ਤੇ ਰਾਜਾ ਬਿਸ਼ਨ ਸਿੰਘ ਕਹਿਣ ਲੱਗਾ, ਮਹਾਰਾਜ ਮੈਂ ਤੁਹਾਡੇ ਚਰਨਾਂ ਦਾ ਸੇਵਕ ਹਾਂ। ਸ਼੍ਰੀ ਗੁਰ ਤੇਗ ਬਹਾਦਰ ਸਾਰੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਬਿਤਿਓ ਬ੍ਰਿਤਾਂਤ ਬਤਾਏ ਉਦਾਰੋ। ਸਾਰੀ ਕੱਲ ਵਾਲੀ ਰਾਤ ਵਾਲੀ ਘਟਨਾ ਦੱਸੀ ਕਿ ਰਾਤ ਰਾਜਾ ਕਾਮਰੂਪ ਦੇਸ਼ ਦਾ ਹਨੇਰੇ ਵਿੱਚ ਸਾਨੂੰ ਮਿਲਣ ਆਇਆ ਸੀ। ਉਹ ਸਾਨੂੰ ਮਿਲਿਆ ਸੀ, ਮੀਟਿੰਗ ਹੋਈ ਸੀ, ਉਹਨੇ ਆਹ ਗੱਲਾਂ ਕਹੀਆਂ ਨੇ। ਉਹ ਕਿਸੇ ਤਰ੍ਹਾਂ ਦਾ ਜੰਗ ਯੁੱਧ ਨਹੀਂ ਕਰਨਾ ਚਾਹੁੰਦਾ, ਪਰ ਉਹ ਔਰੰਗਜ਼ੇਬ ਦੀ ਅਧੀਨਗੀ ਵੀ ਨਹੀਂ ਚਾਹੁੰਦਾ। ਉਹ ਕਹਿੰਦਾ ਅਸੀਂ ਹਿੰਦੂ ਰਾਜੇ ਹਾਂ, ਆਜ਼ਾਦ ਬੈਠੇ ਹਾਂ। ਬਿਸ਼ਨ ਸਿੰਘ ਰਾਜਾ ਸਾਨੂੰ ਔਰੰਗਜ਼ੇਬ ਦਾ ਗੁਲਾਮ ਬਣਾਉਣਾ ਚਾਹੁੰਦਾ ਹੈ, ਇਸ ਕਰਕੇ ਅਸੀਂ ਉਹਦਾ ਮੁਕਾਬਲਾ ਕਰਨ ਨੂੰ ਖੜੇ ਹਾਂ। ਜੇ ਉਹ ਇਹ ਮਨ ਵਿੱਚ ਸਾਡੇ ਨਾਲ ਵੈਰ ਵਿਰੋਧ ਨਾ ਰੱਖੇ ਤੇ ਅਸੀਂ ਵੀ ਉਹਨੂੰ ਜੀ ਆਇਆਂ ਕਵਾਂਗੇ। ਤੇ ਇਹ ਹੁਣ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਰਾਜਾ ਬਿਸ਼ਨ ਸਿੰਘ ਜੀ ਤੁਹਾਡੇ ਉੱਤੇ ਮਨੁਸਰ ਹੈ ਵੀ ਤੁਸੀਂ ਕੀ ਚਾਹੁੰਦੇ ਹੋ। ਵਿਜੈ ਭਈ ਤੇਰੀ ਸਭ ਰੀਤ। ਦੇਖ ਰਾਜਾ ਬਿਸ਼ਨ ਸਿੰਘ ਤੇਰੀ ਹੁਣ ਜਿੱਤ ਹੋ ਗਈ ਹੈ। ਜੇ ਇਸ ਜਿੱਤ ਨੂੰ ਤੂੰ ਆਪਣੀ ਝੋਲੀ 'ਚ ਪਵਾਉਣਾ ਚਾਹੁੰਦਾ ਹੈ ਤਾਂ ਸਾਡਾ ਬਚਨ ਮੰਨ ਲੈ, ਹੁਣ ਤੇਰੀ ਇੱਜ਼ਤ ਬਣ ਜਾਏਗੀ। ਜਿਨ ਕੋ ਸਕਿਓ ਨ ਕੋ ਜੀਤ। ਇਹ ਉਹ ਕਾਮਰੂਪ ਦੇਸ਼ ਹੈ ਜਿਹਨੂੰ ਕੋਈ ਨਹੀਂ ਜਿੱਤ ਸਕਿਆ। ਤੇਰਾ ਦਾਦਾ ਮਾਨ ਸਿੰਘ ਵੀ ਇੱਥੇ ਆ ਕੇ ਮਾਰ ਖਾ ਗਿਆ। ਵੱਡੇ ਵੱਡੇ ਸੂਰਮੇ ਯੋਧੇ ਇੱਥੇ ਇਸ ਦੇਸ਼ ਵਿੱਚ ਆ ਕੇ ਹਾਰ ਜਾਂਦੇ ਰਹੇ ਹਨ। ਸੋ ਤੁਝ ਮਿਲੈ ਉਪਾਇਨ ਦਹ। ਉਹ ਕਾਮਰੂਪ ਦੇਸ਼ ਤੈਨੂੰ ਝੁੱਕ ਕੇ ਸਲਾਮਾਂ ਕਰ ਰਿਹਾ, ਤੇਰੇ ਚਰਨਾਂ 'ਚ ਭੇਟਾ ਦੇਣ ਨੂੰ ਤਿਆਰ ਹੈ। ਵਧੀਆ ਵਧੀਆ ਤੋਹਫੇ ਨਜ਼ਰਾਨੇ ਦੇ ਕੇ ਤੇਰੇ ਨਾਲ ਸੁਲ੍ਹਾ ਕਰਨ ਨੂੰ ਤਿਆਰ ਹੈ। ਮੰਤਰਨ ਬਲ ਜੋ ਬਸ ਨਹਿ ਹੋਇ। ਜਿਨ੍ਹਾਂ ਦੇ ਕੋਲ ਮੰਤਰਾਂ ਜਾਦੂਆਂ ਟੂਣਿਆਂ ਦੀ ਬੜੀ ਸ਼ਕਤੀ ਹੈ, ਜਿਹੜੇ ਕਦੀ ਕਿਸੇ ਅੱਗੇ ਝੁਕੇ ਨਹੀਂ, ਅੱਜ ਉਹ ਤੇਰੇ ਅੱਗੇ ਝੁਕਣ ਨੂੰ ਤਿਆਰ ਬੈਠੇ ਨੇ। ਰਾਜਾ ਬਿਸ਼ਨ ਸਿੰਘ ਜੀ ਰਾਜਪੂਤ ਲਿਹੁ ਸੰਗ ਹਜ਼ਾਰ। ਤੂੰ ਇਸ ਤਰ੍ਹਾਂ ਕਰ, ਹੁਣ ਸਾਡਾ ਬਚਨ ਮੰਨ। 1000 ਰਾਜਪੂਤ ਸੂਰਬੀਰ ਯੋਧੇ ਆਪਣੇ ਨਾਲ ਲੈ ਲੈ। ਬਲੀ ਤੁਰੰਗਨ ਕੇ ਅਸਵਾਰ। ਜਿਹੜੇ ਸੂਰਬੀਰ ਯੋਧੇ ਘੋੜਿਆਂ ਦੇ ਜੰਗੀ ਸਵਾਰ ਹੋਣ, ਜੰਗ ਦੇ ਮਾਹਰ ਹੋਣ, ਤੇਗ ਦੇ ਧਨੀ ਹੋਣ, ਉਹ ਚੰਗੇ ਚੋਣਵੇਂ ਯੋਧਿਆਂ ਦੀ ਫੌਜ, ਪਰ ਸ਼ਰਤ ਇਹ ਆ ਵੀ ਕੋਈ ਤੁਰਕ ਨਾ ਹੋਵੇ।
ਸਾਰੇ ਹਿੰਦੂ ਹੋਣ ਰਾਜਪੂਤ ਹੋਣ ਉਹ ਨਾਲ ਲੈ ਲੈ। ਆਜ ਕਰੋ ਤਿਆਰੀ ਸਭ ਭਾਂਤ। ਤੇ ਅੱਜ ਤਿਆਰੀ ਕਰ ਲੈ ਤੂੰ, ਆਪਾਂ ਚੱਲਾਂਗੇ, ਅਸੀਂ ਤੇਰੇ ਨਾਲ ਚੱਲਾਂਗੇ। ਦਰਿਆ ਦੇ ਪਰਲੇ ਪਾਸੇ ਜਾ ਕੇ ਕਾਮਰੂਪ ਦੇਸ਼ ਦੇ ਰਾਜੇ ਨਾਲ ਮੀਟਿੰਗ ਕਰਾਂਗੇ। ਤਰੀਅਨ ਚੜ੍ਹੋ ਹੋਤ ਹੀ ਪ੍ਰਾਤ। ਤੇ ਬੇੜੀਆਂ ਵਿੱਚ ਸਵਾਰ ਹੋਣਾ ਕੱਲ ਸਵੇਰੇ। ਅੱਜ ਤਿਆਰੀ ਕਰ ਲੈ, ਕੱਲ ਨੂੰ ਚੱਲਾਂਗੇ ਸਵੇਰੇ ਸਵੇਰੇ ਹੀ। ਸੁਨ ਨ੍ਰਿਪ ਕੇ ਅਨੰਦ ਵੱਡ ਪਇਓ। ਜਦੋਂ ਆਹ ਗੱਲ ਰਾਜੇ ਬਿਸ਼ਨ ਸਿੰਘ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਦੱਸੀ, ਰਾਜੇ ਦੀ ਖੁਸ਼ੀ ਦਾ ਕੋਈ ਪਾਰਾਵਾਰ ਹੀ ਨਾ ਰਿਹਾ। ਬਹੁਤ ਕਈ ਮਹੀਨੇ ਹੋ ਗਏ ਸੀ ਬ੍ਰਹਮਪੁੱਤਰ ਦਰਿਆ ਦੇ ਕੰਢੇ ਬੈਠਿਆਂ, ਨਾ ਕੋਈ ਮਸਲੇ ਦਾ ਹੱਲ ਨਿਕਲ ਰਿਹਾ ਸੀ, ਨਾ ਲੜਾਈ ਕਿਸੇ ਬੰਨੇ ਲੱਗ ਰਹੀ ਸੀ। ਤੇ ਫੌਜਾਂ ਵੀ ਜਿਹੜੀਆਂ ਸਾਨੂੰ ਬੜੀ ਦੁਖੀ ਹੋਈ ਪਈ ਸਨ। ਅਫਸਰ ਵੱਡੇ ਵੱਡੇ ਕਹਿੰਦੇ ਸੀ ਰਾਜਾ ਜੀ ਜਾਂ ਜੰਗ ਕਰੀਏ ਜਾਂ ਵਾਪਸ ਚੱਲੀਏ। ਤੇ ਵਾਪਸ ਇਸ ਕਰਕੇ ਨਹੀਂ ਸੀ ਜਾਂਦੇ ਵੀ ਔਰੰਗਜ਼ੇਬ ਪਿੱਛੋਂ ਕਹੇਗਾ ਤੁਸੀਂ ਕੀ ਕਰਕੇ ਆਏ ਹੋ। ਕੋਈ ਮਸਲੇ ਦਾ ਹੱਲ ਨਿਕਲ ਨਹੀਂ ਸੀ ਰਿਹਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਰਾਤ ਵਾਲੀ ਗੱਲ ਦੱਸੀ, ਸੁਲ੍ਹਾ ਸਫਾਈ ਵਾਲੀ ਗੱਲ ਦੱਸੀ, ਕਾਮਰੂਪ ਦੇਸ਼ ਦੇ ਰਾਜੇ ਦਾ ਨਿਮੰਤਰਣ ਦੱਸਿਆ, ਤਾਂ ਰਾਜਾ ਬਿਸ਼ਨ ਸਿੰਘ ਬੜਾ ਖੁਸ਼ ਹੋਇਆ। ਜਨ ਨਵ ਨਿਦਨ ਕੋ ਹਰ ਲਿਓ। ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਤੇ ਪੂਰਨ ਭਰੋਸਾ ਸੀ। ਤੇ ਸਤਿਗੁਰੂ ਵੀ ਕੋਈ ਗੱਲ ਐਸੀ ਨਹੀਂ ਕਰਦੇ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ। ਹਰ ਗੱਲ ਮਾਪ ਤੋਲ ਕੇ ਨੀਤੀ ਦੇ ਨਾਲ ਉਸ ਨੂੰ ਯਥਾਰਥ ਸਮਝ ਕੇ ਕਰਦੇ ਹੈ। ਇਹ ਰਾਜੇ ਨੂੰ ਵਿਸ਼ਵਾਸ ਸੀ। ਸੋ ਰਾਜਾ ਤਿਆਰ ਹੋ ਗਿਆ। ਬਾਰੰਬਾਰ ਬੰਦਨਾ ਠਾਨਤ। ਬਾਰ-ਬਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦਾ, ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਹੈ। ਹੇ ਪ੍ਰਭ ਨਿਜ ਜੀਵਨ ਅਬ ਜਾਨਤ। ਹੇ ਸਤਿਗੁਰੂ ਜੀ, ਹੁਣ ਮੇਰੀ ਜਾਨ ਵਿੱਚ ਜਾਨ ਆ ਗਈ ਹੈ। ਮੈਂ ਸਮਝਦਾ ਵੀ ਹੁਣ ਮੇਰਾ ਜੀਵਨ ਖਤਰੇ 'ਚੋਂ ਨਿਕਲ ਗਿਆ ਹੈ। ਅੱਗੇ ਤਾਂ ਹਰ ਵੇਲੇ ਮੌਤ ਦਾ ਛਾਇਆ ਹੀ ਸਿਰ ਤੇ ਮੰਡਰਾਉਂਦਾ ਸੀ ਕਿ ਕਿਹੜੇ ਵੇਲੇ ਕੋਈ ਜਾਦੂ ਟੂਣੇ ਵਾਲਾ ਮੈਨੂੰ ਮਾਰ ਦੇਗਾ, ਕਿਹੜੇ ਵੇਲੇ ਕੋਈ ਦੁਸ਼ਮਣ ਮੈਨੂੰ ਮਾਰ ਦੇਗਾ, ਮੇਰੀ ਜੰਗ 'ਚ ਹਾਰ ਹੋ ਜਾਏਗੀ, ਮੇਰੀ ਬੇਇੱਜ਼ਤੀ ਹੋਵੇਗੀ। ਇਹੀ ਸੋਚਾਂ ਮੈਂ ਸੋਚਦਾ ਰਹਿੰਦਾ ਸੀ, ਨਾ ਦਿਨੇ ਚੈਨ ਨਾ ਰਾਤੀ। ਪਰ ਆ ਜਿਹੜਾ ਬਚਨ ਆਪ ਜੀ ਨੇ ਦੱਸਿਆ ਹੈ, ਇਹਦੇ ਨਾਲ ਮੈਂ ਦੁਬਾਰਾ ਜਿੰਦਾ ਹੋ ਗਿਆ ਹਾਂ। ਪ੍ਰਾਨ ਦਾਨ ਮੋਕੋ ਤੁਮ ਦੀਨਸ। ਇਹ ਸਤਿਗੁਰੂ ਜੀ ਆਪ ਜੀ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ, ਪ੍ਰਾਣ ਦਾਨ ਦਿੱਤੇ ਹਨ। ਸਗਰੇ ਕਾਜ ਸੁਧਾਰਨ ਕੀਨਸ। ਇਹ ਸਤਿਗੁਰੂ ਜੀ ਆਪ ਜੀ ਨੇ ਮੇਰੇ ਸਾਰੇ ਹੀ ਕੰਮ ਸਵਾਰ ਦਿੱਤੇ ਹਨ। ਇਤਿਆਦਿਕ ਕਹਿ ਬਿਨੈ ਬਡਾਈ। ਇਸ ਤਰ੍ਹਾਂ ਰਾਜਾ ਬਿਸ਼ਨ ਸਿੰਘ ਨੇ ਵੀ ਗੁਰੂ ਸਾਹਿਬ ਜੀ ਦੀ ਬਹੁਤ ਵਡਿਆਈ ਕਰਕੇ ਬੇਨਤੀਆਂ ਕੀਤੀਆਂ। ਸਿਵਰ ਜਾਏ ਤਿਆਰੀ ਕਰਵਾਈ। ਤੇ ਆਪਣੇ ਡੇਰੇ ਜਾ ਕੇ ਆਪਣੇ ਖਾਸ ਅਫਸਰਾਂ ਨਾਲ ਗੱਲਬਾਤ ਕੀਤੀ। ਆਪਣੇ ਚੰਗੇ ਚੰਗੇ ਚੋਣਵੇਂ ਯੋਧੇ 1000 ਫੌਜੀ ਜੰਗੀ ਤਿਆਰ ਕੀਤੇ। ਰਾਜਪੂਤ ਭੱਟ 1000। 1000 ਚੋਣਵਾਂ ਸਿਪਾਹੀ ਰਾਜਪੂਤ, ਜਿਹੜਾ ਰਾਜੇ ਦਾ ਖਾਸ ਇਹ ਸੀ ਵੀ ਜਿਹੜਾ ਰਾਜੇ ਪਿੱਛੇ ਆਪਣਾ ਖੂਨ ਡੋਲ ਸਕਦਾ ਸੀ, ਜਿਹੜੇ ਆਪਣੇ ਸਿਰਾਂ ਧੜਾਂ ਦੀਆਂ ਬਾਜ਼ੀਆਂ ਲਾ ਸਕਦੇ ਸਨ, ਜਿਨ੍ਹਾਂ ਤੇ ਰਾਜੇ ਨੂੰ ਬਾਹਲਾ ਵਿਸ਼ਵਾਸ ਸੀ। ਉਹ ਸੂਰਮੇ ਰਾਜੇ ਨੇ ਆਪਣੀ ਰੱਖਿਆ ਵਾਸਤੇ ਆਪਣੇ ਬਾਡੀਗਾਰਡ ਵਜੋਂ ਨਾਲ ਲੈ ਲਏ ਹਨ। ਬੀਨ ਬੀਨ ਕੀਨਸ ਸਭ ਨਿਆਰੇ। ਚੁਣ ਕੇ ਚੋਣਵੇਂ ਯੋਧੇ 1000 ਉਹਨੇ ਵੱਖਰੇ ਕਰ ਲਏ ਨੇ। ਸ਼ਸਤਰ ਬਸਤਰ ਸ਼ੁਭ ਧਾਰਨ ਹਾਰੇ। ਜਿਹੜੇ ਹੱਥਾਂ ਵਿੱਚ ਢਾਲਾਂ, ਤਲਵਾਰਾਂ, ਬਰਛੇ, ਬੰਦੂਕਾਂ, ਤੀਰ ਕਮਾਨ ਸਜਾਏ ਹੋਏ ਨੇ ਸੂਰਮਿਆਂ ਨੇ। ਕਹਿਓ ਅਰੁੱਢ ਹੋਤ ਸਕਾਰੇ। ਤੇ ਉਹਨਾਂ ਨੂੰ ਇਸ਼ਾਰਾ ਦੇਤਾ ਵੀ ਸਵੇਰੇ 7 ਵਜੇ ਤੋਂ ਪਹਿਲਾਂ ਘੋੜਿਆਂ ਦੇ ਤਿਆਰ ਹੋ ਜਾਓ। ਨਿਸਾ ਬਿਖੈ ਤਿਆਰੀ ਕਰ ਸੋਇਓ। ਰਾਜਾ ਰਾਤ ਨੂੰ ਤਿਆਰੀ ਕਰਕੇ ਸੁੱਤਾ ਹੈ। ਬੜੀ ਭੌਰ ਉਠ ਕਾਰਜ ਜੋਇਓ। ਤੇ ਵੱਡੇ ਵੇਲੇ ਅੰਮ੍ਰਿਤ ਵੇਲੇ ਉੱਠ ਕੇ ਉਹਨੇ ਆਪਣੀ ਤਿਆਰੀ ਜਿਹੜੀ ਸੀ ਉਹਨੂੰ ਅੰਜਾਮ ਦਿੱਤਾ ਹੈ। ਕਰ ਇਸ਼ਨਾਨ ਪਟ ਆਯੁਧ ਧਾਰੇ। ਇਸ਼ਨਾਨ ਕਰਕੇ ਬਸਤਰ ਪਹਿਨੇ ਔਰ ਸ਼ਸਤਰ ਸਜਾਏ ਨੇ। ਮਿਲ ਸਤ ਗੁਰ ਕੋ ਕੀਨਸ ਤਿਆਰੇ। ਇਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਤਿਆਰ ਹੋ ਗਏ, ਆਪਣੇ ਬਸਤਰ ਸ਼ਸਤਰ ਪਹਿਨ ਕੇ। ਸਿਵਕਾ ਪਰ ਨ੍ਰਿਪ ਕੇ ਸੰਗ ਚਾਲੇ। ਸਤਿਗੁਰੂ ਜੀ ਨੂੰ ਪਾਲਕੀ ਵਿੱਚ ਬਿਠਾ ਲਿਆ ਤੇ ਕਹਾਰਾਂ ਨੇ ਪਾਲਕੀ ਚੁੱਕ ਲਈ। ਤੇ ਗੁਰੂ ਸਾਹਿਬ ਆਪਣੀ ਫੌਜ ਲੈ ਕੇ ਤੇ ਰਾਜਾ ਬਿਸ਼ਨ ਸਿੰਘ ਆਪਣੀ ਫੌਜ ਲੈ ਕੇ ਬ੍ਰਹਮਪੁੱਤਰ ਦਰਿਆ ਦੇ ਕੰਢੇ ਬੇੜਿਆਂ 'ਚ ਸਵਾਰ ਹੋ ਗਏ। ਚੱਡ ਤਰੀਅਨ ਪਰ ਨੀਰ ਬਿਸਾਲੇ। ਸਣੇ ਘੋੜਿਆਂ ਦੇ
ਘੋੜੇ ਵੀ ਦਰਿਆ ਦੇ ਵਿੱਚ ਬੇੜਿਆਂ 'ਚ ਖੜੇ ਕਰ ਲਏ, ਕਿਉਂਕਿ ਬੜੇ ਬੜੇ ਵੱਡੇ ਬੇੜੇ ਹੁੰਦੇ ਆ ਜਿਨ੍ਹਾਂ ਵਿੱਚ 100 50 ਘੋੜਾ 100 50 ਬੰਦਾ ਖੜ ਜਾਂਦਾ। ਉਹ ਵੱਡੇ ਵੱਡੇ ਬੇੜੇ ਰਾਜੇ ਨੇ ਮੰਗਵਾ ਲਏ ਤੇ ਉਹਨਾਂ ਵਿੱਚ ਬੈਠ ਕੇ ਬ੍ਰਹਮਪੁੱਤਰ ਦਰਿਆ ਪਾਰ ਕਰ ਗਏ। ਪਹੁੰਚੇ ਪਾਰ ਜਾਏ ਕਰ ਜਬੈ। ਜਦੋਂ ਇਹ ਬੇੜਿਆਂ ਤੇ ਸਵਾਰ ਹੋ ਕੇ ਘੋੜਿਆਂ ਸਮੇਤ ਫੌਜਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਰਾਜਾ ਬਿਸ਼ਨ ਸਿੰਘ ਕਾਮਰੂਪ ਦੇਸ਼ ਵਾਲੇ ਕਿਨਾਰੇ ਤੇ ਜਾ ਉਤਰੇ, ਪਰਲੇ ਪਾਸੇ ਜਾ ਪਹੁੰਚੇ। ਸੁਨਿਓ ਕਾਮਰੂ ਪਤ ਨੇ ਤਬ। ਉਧਰੋਂ ਕਾਮਰੂ ਦੇਸ਼ ਦੇ ਰਾਜੇ ਨੂੰ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਰਾਜੇ ਬਿਸ਼ਨ ਸਿੰਘ ਨੂੰ ਲੈ ਕੇ ਆ ਗਏ ਨੇ। ਕੁਛ ਤੁਰੰਗ ਅਰ ਬਸਤਰ ਬਸਾਲੇ। ਉਹਨੇ ਰਾਜਾ ਬਿਸ਼ਨ ਸਿੰਘ ਦਾ ਸਵਾਗਤ ਕਰਨ ਲਈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸਵਾਗਤ ਕਰਨ ਲਈ ਤਿਆਰੀ ਕੀਤੀ। ਬੜੇ ਬੜੇ ਸੋਹਣੇ ਸੁੰਦਰ ਘੋੜੇ ਅਤੇ ਬੜੇ ਸੋਹਣੇ ਬਸਤਰ ਦਰਬ ਲਿਓ ਕੇਤਕ ਸੰਗ ਚਾਲੇ। ਤੇ ਕਈ ਹਜ਼ਾਰਾਂ ਰੁਪਈਆ ਨਾਲ ਲਿਆ, ਸੋਨੇ ਦੀਆਂ ਮੋਹਰਾਂ ਲਈਆਂ, ਚੰਗੇ ਚੰਗੇ ਤੋਹਫੇ ਲਏ ਗੁਰੂ ਸਾਹਿਬ ਵਾਸਤੇ ਵੀ ਤੇ ਰਾਜੇ ਵਾਸਤੇ ਵੀ। ਅਪਰ ਉਪਾਇਨ ਆਛੀ ਕੇਈ। ਅਸਾਮ ਦੇਸ਼ ਦੇ ਵਿੱਚ ਬਣੀਆਂ ਹੋਈਆਂ ਵਧੀਆ ਵਧੀਆ ਚੀਜ਼ਾਂ, ਚੰਗੇ ਚੰਗੇ ਉਪਹਾਰ, ਚੰਗੀਆਂ ਚੰਗੀਆਂ ਭੇਟਾਵਾਂ ਉਪਜਹ ਤਿਸੀ ਦੇਸ਼ ਮਹਿ ਜੇਈ। ਜਿਹੜੀਆਂ ਕੇਵਲ ਉਸ ਅਸਾਮ ਦੇਸ਼ ਵਿੱਚ ਹੀ ਮਿਲਦੀਆਂ ਹਨ, ਹੋਰ ਕਿਸੇ ਦੇਸ਼ ਵਿੱਚ ਚੀਜ਼ਾਂ ਨਹੀਂ ਹੁੰਦੀਆਂ। ਉਹ ਚੀਜ਼ਾਂ ਰਾਜੇ ਨੇ ਕਾਮਰੂਪ ਦੇਸ਼ ਦੇ ਰਾਜੇ ਨੇ ਲਈਆਂ ਹਨ। ਆਏ ਮਿਲਿਓ ਭੂਪਤ ਕੇ ਸਾਥ। ਤੇ ਕਾਮਰੂਪ ਦੇਸ਼ ਦਾ ਰਾਜਾ ਉਹ ਭੇਟਾਵਾਂ ਲੈ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋ ਗਿਆ। ਉਹਨੇ ਰਾਜੇ ਬਿਸ਼ਨ ਸਿੰਘ ਦਾ ਬੜਾ ਭਰਵਾਂ ਸਵਾਗਤ ਕੀਤਾ ਹੈ। ਦੋਹਨ ਬੀਚ ਬੈਠੇ ਗੁਰਨਾਥ। ਇੱਕ ਪਾਸੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਰਾਜਾ ਬਿਸ਼ਨ ਸਿੰਘ ਬੈਠ ਗਿਆ ਤੇ ਦੂਜੇ ਪਾਸੇ ਕਾਮਰੂਪ ਦੇਸ਼ ਦਾ ਰਾਜਾ ਤੇ ਵਿਚਕਾਰ ਸਤਿਗੁਰੂ ਬੈਠੇ ਹਨ। ਲੈਨ ਦੇਨ ਜੇਤਕ ਮਨ ਪਾਇਓ। ਇੱਕ ਦੂਜੀ ਦਾ ਮਾਣ ਸਨਮਾਨ ਕੀਤਾ। ਇਧਰੋਂ ਰਾਜਾ ਬਿਸ਼ਨ ਸਿੰਘ ਵੀ ਖਾਲੀ ਹੱਥ ਨਹੀਂ ਸੀ ਗਿਆ। ਇਹਨੇ ਵੀ ਪਿਆਰ ਵਧਾਉਣ ਵਾਸਤੇ ਰਾਜੇ ਵਾਸਤੇ ਵਧੀਆ ਵਧੀਆ ਭੇਟਾਵਾਂ, ਤੋਹਫੇ, ਜਿਹੜੇ ਰਾਜਸਥਾਨ 'ਚ ਪੈਦਾ ਹੁੰਦੀਆਂ ਚੀਜ਼ਾਂ ਜਾਂ ਦਿੱਲੀ ਜਾਂ ਉੱਤਰ ਭਾਰਤ ਵਿੱਚ ਜਿਹੜੀਆਂ ਚੀਜ਼ਾਂ ਮਿਲਦੀਆਂ, ਉਹ ਕੀਮਤੀ ਚੀਜ਼ਾਂ ਉਹ ਤੋਹਫਿਆਂ ਵਜੋਂ ਰਾਜੇ ਨੂੰ ਭੇਟਾ ਕੀਤੀਆਂ। ਚਿਰੀ ਪ੍ਰਭ ਦੋਨੋਂ ਤੇ ਕਰਵਾਇਓ। ਸਤਿਗੁਰੂ ਜੀ ਨੇ ਇੱਕ ਦੂਜੀ ਦੀਆਂ ਚੀਜ਼ਾਂ ਇੱਕ ਦੂਜੀ ਨੂੰ ਆਪਣੇ ਸਾਹਮਣੇ ਦਵਾਈਆਂ। ਯਾਨੀ ਰਾਜੇ ਬਿਸ਼ਨ ਸਿੰਘ ਦਾ ਸਨਮਾਨ ਕਾਮਰੂ ਦੇਸ਼ ਦੇ ਰਾਜੇ ਕੋਲੋਂ ਕਰਵਾਇਆ ਤੇ ਕਾਮਰੂ ਦੇਸ਼ ਦੇ ਰਾਜੇ ਦਾ ਸਨਮਾਨ ਬਿਸ਼ਨ ਸਿੰਘ ਕੋਲੋਂ ਕਰਵਾਇਆ ਗੁਰੂ ਜੀ ਨੇ। ਭਈ ਮਿੱਤਰਤਾ ਆਪਸ ਮਾਹੀ। ਤੇ ਦੋਵਾਂ ਦੀ ਆਪਸ 'ਚ ਬੜੇ ਪਿਆਰ ਦਾ ਵਰਤਾਰਾ ਹੋ ਗਿਆ, ਮਿੱਤਰਤਾ ਹੀ ਹੋ ਗਈ, ਭਾਈਚਾਰਾ ਹੋ ਗਿਆ। ਵਧਿਓ ਪ੍ਰੇਮ ਰਸ ਉਰ ਹਰ ਖਾਹੀ। ਤੇ ਪ੍ਰੇਮ ਵੱਧ ਗਿਆ, ਰਸ ਵੱਧ ਗਿਆ, ਵੈਰ ਵਿਰੋਧ ਮਿਟ ਗਿਆ। ਇਹ ਹਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ। ਜਿੱਥੇ ਵੀ ਖੜ ਜਾਂਦੇ ਆ ਉੱਥੇ ਗੁਰਮੁਖ ਵੈਰ ਵਿਰੋਧ ਗਵਾਵੇ, ਗੁਰਮੁਖ ਸਗਲੀ ਗਣਤ ਮਿਟਾਵੇ। ਸਤਿਗੁਰੂ ਸਿੱਖਾਂ ਦੇ ਮਨਾਂ ਵਿੱਚੋਂ ਵੈਰ ਵਿਰੋਧ ਕੱਢ ਦਿੰਦੇ ਤੇ ਇਹ ਗੁਰੂ ਨੇ ਪ੍ਰਤੱਖ ਕਲਾ ਵਰਤਾ ਦਿੱਤੀ ਵੀ ਜਾਨੀ ਦੁਸ਼ਮਣ ਸਨ ਇੱਕ ਦੂਜੀ ਦੇ, ਦੋਵਾਂ ਦਾ ਗੁਰੂ ਸਾਹਿਬ ਜੀ ਨੇ ਐਸਾ ਪਿਆਰ ਬਣਾ ਦਿੱਤਾ। ਆਪਸ ਮਹਿ ਪਲਟੀ ਦਸਤਾਰ। ਹੁਣ ਦੋਵਾਂ ਨੇ ਇੱਕ ਦੂਜੀ ਨਾਲ ਪੱਗਾਂ ਵਟਾ ਲਈਆਂ। ਰਾਜੇ ਬਿਸ਼ਨ ਸਿੰਘ ਨੇ ਆਪਣੀ ਦਸਤਾਰ ਲਾਹ ਕੇ ਕਾਮਰੂ ਦੇਸ਼ ਦੇ ਰਾਜੇ ਦੇ ਸਿਰ ਤੇ ਸਜਾ ਦਿੱਤੀ ਤੇ ਕਾਮਰੂ ਦੇਸ਼ ਦੇ ਰਾਜੇ ਨੇ ਆਪਣੀ ਦਸਤਾਰ ਲਾਹ ਕੇ ਰਾਜੇ ਬਿਸ਼ਨ ਸਿੰਘ ਦੇ ਸਿਰ ਤੇ ਬੰਨ੍ਹ ਦਿੱਤੀ। ਮਿਲੇ ਅੰਕ ਭਰ ਪੁਜਾ ਪਸਾਰ। ਤੇ ਦੋਵੇਂ ਰਾਜੇ ਇੱਕ ਦੂਜੀ ਨੂੰ ਜੱਫੀਆਂ ਪਾ ਕੇ ਬਾਹਾਂ ਪਸਾਰ ਕੇ ਘੁੱਟ ਕੇ ਮਿਲੇ ਹਨ। ਭਨਤ ਪਰਸ ਪਰ ਮਧੁਰੇ ਬੈਨ। ਇੱਕ ਦੂਜੀ ਨੂੰ ਪਿਆਰ ਦੇ ਮਿੱਠੇ ਬਚਨ ਬੋਲਦੇ ਹਨ। ਹਰਖਤ ਪਿਖਤ ਸਮੁਖ ਕਰ ਨੈਣ। ਇੱਕ ਦੂਜੀ ਵੱਲ ਪਿਆਰ ਭਰੀਆਂ ਅੱਖਾਂ ਨਾਲ ਵੇਖਦੇ ਹਨ। ਵੈਰ ਵਿਰੋਧ ਦੀ ਜਿਹੜੀ ਬਿਰਤੀ ਸੀ ਉਹ ਖਤਮ ਕਰ ਦਿੱਤੀ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅੱਜ ਸਾਡੇ ਸਿੱਖਾਂ ਦੇ ਵੀ ਕਿਰਪਾ ਕਰ ਦਿਓ। ਅਸੀਂ ਵੀ ਆਪਸ ਵਿੱਚ ਅੱਖਾਂ ਬਦਲੀ ਫਿਰਦੇ ਹਾਂ। ਸਤਿਗੁਰੂ ਸਾਡੇ ਨੇਤਰਾਂ ਵਿੱਚ ਵੀ ਪਿਆਰ ਹੋਵੇ। ਅਸੀਂ ਵੀ ਜਦੋਂ ਕਿਸੇ ਨੂੰ ਵੇਖੀਏ, ਸਿੰਘ ਨੂੰ ਸਿੰਘ ਵੇਖੇ ਤਾਂ ਅੱਖਾਂ ਵਿੱਚ ਖੁਸ਼ੀ ਹੋਣੀ ਚਾਹੀਦੀ ਹੈ, ਆਨੰਦਤਾ ਪ੍ਰਸੰਨਤਾ ਹੋਣੀ ਚਾਹੀਦੀ ਹੈ। ਇੱਦਾਂ ਦੀ ਮਹਾਰਾਜ ਮਿਹਰ ਦਇਆ ਰਹਿਮਤ ਤਰਸ ਕਰੋ ਸਾਡੇ ਉੱਤੇ ਔਰ ਸਾਰੀ ਦੁਨੀਆ ਵਿੱਚ ਹੀ ਪਿਆਰ ਬਣਾ ਦਿਓ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ।
ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ। ਐਸੇ ਹਨ ਸਤਿਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਈ। ਇਸ ਤਰ੍ਹਾਂ ਕਲਾ ਵਰਤਾ ਦਿੱਤੀ ਹੈ। ਦੇਸ਼ ਕਾਮਰੂ ਕੇਰ ਨਰੇਸ਼ ਕਾਮਰੂ ਦੇਸ਼ ਦਾ ਜਿਹੜਾ ਰਾਜਾ ਹੈ ਸਤਿਗੁਰ ਸੋ ਕਹਿ ਬਿਨੈ ਵਿਸ਼ੇਸ਼। ਉਹ ਬੜੀ ਨਿਮਰਤਾ ਨਾਲ ਬੜੇ ਪਿਆਰ ਨਾਲ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗਾ। ਕੋ ਇੱਕ ਚਿੰਨ ਆਪ ਅਬ ਦੀਜੈ। ਇਹ ਸੱਚੇ ਪਾਤਸ਼ਾਹ ਹੁਣ ਆਪ ਜੀ ਸਾਡੇ ਦੇਸ਼ ਵਿੱਚ ਆਏ ਹੋ, ਸਾਡੇ ਇਲਾਕੇ ਨੂੰ ਸਾਡੀ ਧਰਤੀ ਨੂੰ ਭਾਗ ਲਾਏ ਨੇ, ਆਪਣੀ ਕੋਈ ਨਿਸ਼ਾਨੀ ਦੇ ਦਿਓ। ਹਮ ਪਰ ਕਰੁਣਾ ਤਾਰ ਪ੍ਰਸੀਜੈ। ਸਾਡੇ ਤੇ ਮਿਹਰ ਕਰ ਦਿਓ, ਕਿਰਪਾ ਕਰ ਦਿਓ, ਤਰਸ ਕਰੋ। ਜਿੱਥੇ ਵੀ ਆਪ ਜਾਂਦੇ ਹੋ ਆਪਣੀ ਕੋਈ ਨਿਸ਼ਾਨੀ ਸਥਾਪਿਤ ਕਰ ਦਿੰਦੇ ਹੋ। ਇਸ ਦੇਸ਼ ਵਿੱਚ ਵੀ ਆਪਣੀ ਕੋਈ ਨਿਸ਼ਾਨੀ ਕਾਇਮ ਕਰ ਦਿਓ। ਪੱਗ ਕੀ ਪਨਹੀ ਕੈ ਹਮ ਦੇਹੂ। ਜਾਂ ਤਾਂ ਸਾਨੂੰ ਆਪਣੇ ਚਰਨਾਂ ਦਾ ਜੋੜਾ ਦੇ ਦਿਓ, ਅਸੀਂ ਤੁਹਾਡਾ ਜੋੜਾ ਆਪਣੇ ਰਾਜ ਮਹਿਲਾਂ 'ਚ ਰੱਖਾਂਗੇ। ਸਤਿਗੁਰੂ ਜੀ ਸਵੇਰੇ ਉੱਠ ਕੇ ਆਪ ਜੀ ਦੇ ਜੋੜੇ ਉੱਤੇ ਆਪਣਾ ਮੱਥਾ ਲਾਇਆ ਕਰਾਂਗੇ, ਆਪਣਾ ਮੱਥਾ ਸਫਲਾ ਕਰਿਆ ਕਰਾਂਗੇ। ਸਕਲ ਦੇਸ਼ ਪੂਜੈ ਗੋ ਏਹੂ। ਆਪ ਜੀ ਦੇ ਚਰਨਾਂ ਦਾ ਜੋੜਾ ਦੇ ਦਿਓ, ਸਾਡਾ ਸਾਰਾ ਕਾਮਰੂਪ ਦੇਸ਼ ਇਸ ਜੋੜੇ ਦੀ ਪੂਜਾ ਕਰਿਆ ਕਰੇਗਾ। ਅਪਰ ਵਸਤ ਕਹਿ ਦੇਹੋ ਇਸ ਦੇਸ਼। ਜਾਂ ਹੋਰ ਕੋਈ ਚੀਜ਼ ਜੋ ਆਪ ਜੀ ਨੂੰ ਚੰਗੀ ਲੱਗਦੀ ਹੋਵੇ ਨਿਸ਼ਾਨੀ ਵਜੋਂ ਸਾਨੂੰ ਦੇ ਜਾਓ, ਕਿਉਂਕਿ ਜਦੋਂ ਤੱਕ ਦੁਨੀਆ ਰਹੇਗੀ ਉਦੋਂ ਤੱਕ ਮਹਾਰਾਜ ਸਾਡਾ ਦੇਸ਼ ਤੁਹਾਡਾ ਰਿਣੀ ਰਹੇਗਾ। ਤੁਸੀਂ ਸਾਡੇ ਦੇਸ਼ ਤੇ ਕਿਰਪਾ ਕੀਤੀ ਹੈ, ਸਾਡੇ ਦੇਸ਼ ਅਸਾਮ ਦੇ ਵਿੱਚ ਆਏ ਹੋ, ਇੱਥੇ ਮਹਾਰਾਜ ਸਾਡਾ ਖੂਨ ਨਹੀਂ ਡੁੱਲਣ ਦਿੱਤਾ, ਸਾਨੂੰ ਸੁਲ੍ਹਾ ਸਫਾਈ ਦੇ ਨਾਲ ਲੜਾਈ ਵੀ ਸਾਡੀ ਟਾਲ ਦਿੱਤੀ ਹੈ, ਸਾਡਾ ਦੇਸ਼ ਵੀ ਸੁਖਾਲਾ ਕਰ ਦਿੱਤਾ ਹੈ। ਜਿਸ ਤੇ ਸ਼ਰਧਾ ਤਰਹਿ ਵਿਸ਼ੇਸ਼। ਕੋਈ ਆਪਣੀ ਨਿਸ਼ਾਨੀ ਦੇ ਜਾਓ, ਆਪਣਾ ਕੋਈ ਬਸਤਰ ਦੇ ਦਿਓ, ਆਪਣਾ ਕੋਈ ਸ਼ਸਤਰ ਦੇ ਦਿਓ, ਆਪਣਾ ਕੋਈ ਚਰਨਾਂ ਦਾ ਜੋੜਾ ਹੀ ਦੇ ਦਿਓ। ਅਸੀਂ ਮਹਾਰਾਜ ਜੋ ਵੀ ਤੁਸੀਂ ਦਿਓਗੇ ਨਾ ਉਹਨੂੰ ਆਪਣੇ ਮੱਥੇ ਤੇ ਰੱਖਾਂਗੇ। ਇਮ ਰਾਜਾ ਕੋ ਪ੍ਰੇਮ ਭਰੇਖਾ। ਰਾਜੇ ਨੇ ਜਦੋਂ ਇਹ ਪ੍ਰੇਮ ਨਾਲ ਬੇਨਤੀ ਕੀਤੀ, ਕਿਰਪਾ ਦ੍ਰਿਸ਼ਟ ਤੇ ਤਿਸ ਕੋ ਦੇਖਾ। ਉਹਦੇ ਅੰਦਰ ਦੀ ਪਿਆਰ ਦੀ ਪੁਕਾਰ ਸੁਣ ਕੇ ਉਹਦੇ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਦੇਖਣ ਲੱਗ ਪਏ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਸ਼੍ਰੀ ਗੁਰ ਆਪਣੋ ਧਨੁਖ ਸੰਭਾਰਾ। ਤੇ ਫਿਰ ਆਪਣਾ ਧਨਕ ਸੱਚੇ ਪਾਤਸ਼ਾਹ ਨੇ ਮੋਢੇ ਤੋਂ ਲਾਇਆ ਤੀਰ ਕਮਾਨ, ਤਰਕਸ਼ ਤੇ ਇੱਕ ਬਾਣ ਨਿਕਾਰਾ। ਤੇ ਭੱਥੇ ਵਿੱਚੋਂ ਇੱਕ ਤੀਰ ਕੱਢਿਆ, ਧਰ ਕੈ ਜੇਹ ਕਾਨ ਲਗ ਤਾਨਾ। ਤੇ ਫਿਰ ਮਹਾਰਾਜ ਨੇ ਉਹ ਤੀਰ ਨਾ ਆਪਣੇ ਕਮਾਨ ਵਿੱਚ ਚਿੱਲੇ ਚਾੜ ਕੇ ਤੇ ਕੰਨਾਂ ਦਾ ਖਿੱਚਿਆ। ਦੇਖਿਓ ਸਨਮੁਖ ਬਿਟਪ ਨਿਸ਼ਾਨਾ। ਤੇ ਸਾਹਮਣੇ ਇੱਕ ਦਰਖਤ ਸੀਗਾ, ਉਸ ਦਰਖਤ ਦਾ ਨਿਸ਼ਾਨਾ ਲਾਇਆ। ਇਹ ਮੇਰੇ ਚੋਜੀ ਸਤਿਗੁਰਾਂ ਦੇ ਚੋਜ ਨਿਆਰੇ ਹੀ ਹੈ। ਮਹਾਰਾਜ ਆਪਣਾ ਤੀਰ ਕਮਾਨ ਲੈ ਕੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਪੂਰਨ ਸ਼ਸਤਰ ਧਾਰੀ ਸਨ। ਅੱਜ ਕੱਲ੍ਹ ਜਿਹੜੀਆਂ ਫੋਟੋਆਂ ਬਣਾਉਂਦੇ ਮਹਾਰਾਜ ਦੀਆਂ ਉਹ ਤਾਂ ਚਿੱਟੇ ਜਿਹੇ ਕੱਪੜੇ ਪਵਾ ਕੇ ਸਾਧਾਂ ਵਾਲੀ ਆਪਾਂ ਬਣਾ ਦਿੰਦੇ ਹਾਂ, ਪਰ ਜੇ ਪੁਰਾਤਨ ਤਸਵੀਰਾਂ ਅੱਜ ਤੋਂ 200 ਸਾਲ 250 ਸਾਲ 300 ਸਾਲ ਜਿਹੜੇ ਪਹਿਲੇ ਚਿੱਤਰ ਬਣੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ, ਉਹਨਾਂ ਵਿੱਚ ਮਹਾਰਾਜ ਦੇ ਸੀਸ ਤੇ ਕਲਗੀ ਵੀ ਹੈ ਤੇ ਮੋਢੇ ਤੀਰ ਕਮਾਨ ਹੈ, ਗਾਤਰੇ ਢਾਲ ਤਲਵਾਰ, ਸ਼ਸਤਰ ਪੇਸ਼ ਕਵਚ, ਖੰਜਰ, ਕਟਾਰ, ਬਿਛੂਆ ਆਦਿਕ ਸ਼ਸਤਰ ਵੀ ਸਜਾਏ ਹੁੰਦੇ ਆ। ਤਿਆਰ ਬਰ ਤਿਆਰ ਨਾ ਹੀ ਤੇਗ ਬਹਾਦਰ ਸੀ ਵੀ ਤੇਗ ਦੇ ਧਨੀ ਸਨ, ਤੇਗ ਤਾਂ ਰੱਖਣੀ ਸੀ। ਅੱਜ ਮਹਾਰਾਜ ਸੱਚੇ ਪਾਤਸ਼ਾਹ ਕਮਾਨ ਵਿੱਚ ਤੀਰ ਚਾੜ ਕੇ ਸਾਹਮਣੇ ਦਰਖਤ ਦਾ ਨਿਸ਼ਾਨਾ ਲਾਇਆ ਹੈ। ਤਿਸ ਕੋ ਤਾਕ ਧਨੁਖ ਤੇ ਤਿਆਗਿਓ। ਮਹਾਰਾਜ ਨੇ ਦੂਰ ਵੇਖ ਕੇ ਦਰਖਤ ਉਹਨੂੰ ਤੱਕਿਆ ਤੇ ਤੀਰ ਕਮਾਨ ਵਿੱਚੋਂ ਛੱਡ ਦਿੱਤਾ। ਬੜੇ ਬੇਗ ਤੇ ਤਰਵਰ ਲਾਗਿਓ। ਮਹਾਰਾਜ ਦਾ ਤੀਰ ਸ਼ੁਕਾਟੇ ਪਾਉਂਦਾ ਹੋਇਆ ਗਿਆ ਤੇ ਦਰਖਤ ਵਿੱਚ ਬੜੇ ਵੇਗ ਨਾਲ ਜਾ ਵੱਜਾ ਹੈ। ਭਲਕਾ ਭਈ ਪਾਰ ਇਮ ਗਇਓ। ਸਾਧ ਸੰਗਤ ਜੀ, ਲੱਕੜ ਦਾ ਵੱਡਾ ਸਾਰਾ ਦਰਖਤ ਸੀ। ਲੱਕੜ ਦੇ ਦਰਖਤ ਵਿੱਚ ਤੁਸੀਂ ਜਾਣਦੇ ਹੋ ਵੀ ਜਿੱਡਾ ਮਰਜ਼ੀ ਬਲੀ ਹੋਵੇ ਨਾ, ਤੀਰ ਮਾਰੇ ਤੇ ਮਸੀਂ ਮੁਖੀ ਖੁੱਭ ਜੇ ਨਾ ਤੇ ਸਮਝੋ ਬੜਾ ਬਲੀ ਹੈ। ਤੀਰ ਦੀ ਮੁਖੀ ਵੀ ਲੱਕੜ 'ਚ ਖਵਾਣੀ ਕੋਈ ਸੌਖਾ ਕੰਮ ਨਹੀਂ।
ਪਰ ਪਾਤਸ਼ਾਹ ਦਾ ਤੀਰ ਸਾਰ ਪਾਰ ਲੰਘ ਗਿਆ। ਜਿਹੜੀ ਤੀਰ ਦੀ ਭਲਕ ਹੁੰਦੀ ਨਾ ਪਿਛਲੀ ਜਿਹੜੀ ਉਹ ਜਿੱਥੇ ਖੰਭ ਲੱਗੇ ਹੁੰਦੇ ਨੇ ਉਹ ਵੀ ਪਰਲੇ ਪਾਸੇ ਤੱਕ ਪਹੁੰਚ ਗਈ। ਦੋਹੋ ਦਿਸ਼ ਤਨਕ ਤਨਕ ਦਿਖ ਪਇਓ। ਕਹਿੰਦੇ ਮੁਖੀ ਪਰਲੇ ਪਾਸੇ ਹੋ ਗਈ ਤੇ ਤੀਰ ਦੀ ਬਾਗੜ ਜਿਹੜੀ ਜਿੱਥੇ ਖੰਭ ਲੱਗੇ ਨੇ ਉਰਲੇ ਪਾਸੇ, ਯਾਨੀ ਤੀਰ ਦੋਵਾਂ ਪਾਸਿਆਂ ਤੋਂ ਦਿਖਾਈ ਦਿੰਦਾ ਹੈ। ਸਤਿਗੁਰ ਕਹਿਓ ਚਿੰਨ ਇਹ ਥਾਨ। ਸਤਿਗੁਰੂ ਕਹਿਣ ਲੱਗੇ ਲੈ ਰਾਜਾ ਸਾਡੀ ਨਿਸ਼ਾਨੀ ਰਹੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਤੇਰੇ ਦੇਸ਼ ਵਿੱਚ ਸਾਡਾ ਚਿੰਨ ਹੈ। ਜਿੰਨਾ ਚਿਰ ਦਰਖਤ ਰਹੇਗਾ ਉਹਨਾਂ ਚਿਰ ਤੀਰ ਵਿੱਚੇ ਰਹੇਗਾ। ਤੇ ਦਰਸ਼ਨ ਕਰ ਲਿਆ ਕਰਿਆ ਜੇ, ਸਾਡੀ ਸ਼ਸਤਰ ਵਿਦਿਆ ਦੇ ਵੀ ਦਰਸ਼ਨ ਹੋਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਉੱਥੇ ਕੌਤਕ ਅਸਾਮ ਦੇਸ਼ ਦੇ ਵਿੱਚ ਕੀਤਾ। ਤੀਰ ਮਾਰਿਆ, ਦਰਖਤ ਦੇ ਉਰਲੇ ਪਾਸਿਓਂ ਪਰਾਂ ਕੱਢ ਦਿੱਤੀ ਮੁਖੀ, ਤੇ ਦੋਵੇਂ ਪਾਸੇ ਦਰਖਤ ਦਾ ਜਿਵੇਂ ਤਣਾ ਸੀ ਕੋਈ 3-4 ਫੁੱਟ ਦਾ, ਇੱਧਰ ਉਹਦੀ ਜੇ ਰਹਿ ਗਈ, ਬਾਗੜ ਰਹਿ ਗਈ, ਪਰਲੇ ਪਾਸੇ ਤੀਰ ਦੀ ਮੁਖੀ ਲੰਘ ਗਈ। ਮਹਾਰਾਜ ਕਹਿੰਦੇ ਆਹ ਨਿਸ਼ਾਨੀ ਸੇ ਦਰਸ਼ਨ ਕਰਿਆ ਜੇ ਸਾਡੀ ਦੇ। ਪੂਜੈ ਸਗਰੇ ਸ਼ਰਧਾ ਠਾਨ। ਸਾਰੇ ਸ਼ਰਧਾ ਦੇ ਨਾਲ ਪੂਜਾ ਕਰਿਆ ਕਰਨਗੇ ਸਾਡੇ ਤੀਰ ਦੀ, ਸਾਡੇ ਇਸ ਨਿਸ਼ਾਨ ਦੀ। ਬਿਗਨ ਦੇਸ਼ ਮਹਿ ਜੇ ਹੋਏ ਜਾਵੇ। ਜੇ ਤੁਹਾਡੇ ਦੇਸ਼ ਵਿੱਚ ਰਾਜਾ ਕੋਈ ਬਿਗਨ ਪੈ ਜਾਵੇ, ਇਸ ਕੋ ਮਨ ਹੋ ਤੁਰਤ ਮਿਟਾਵੇ। ਇੱਥੇ ਆ ਕੇ ਅਰਦਾਸ ਕਰਿਆ ਜੇ, ਇਸ ਤੀਰ ਦੀ ਪੂਜਾ ਕਰਿਆ ਜੇ। ਇਹ ਸਾਡੇ ਸ਼ਸਤਰ, ਸਾਡੇ ਪੀਰ ਹਨ। ਆਖੋ ਸਤਨਾਮ ਸ੍ਰੀ ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸੈਫ ਸਰੋਹੀ ਸਹਿਤੀ ਯਹ ਹਮਾਰੇ ਪੀਰ। ਤੀਰ ਤੁਹੀਂ ਸਹਿਥੀ ਤੁਹੀਂ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਪਉਪਾ। ਅਕਾਲ ਪੁਰਖ ਸ਼ਕਤੀ ਸਰੂਪ ਹੈ ਤੇ ਸ਼ਸਤਰ ਸ਼ਕਤੀ ਦਾ ਪ੍ਰਤੱਖ ਰੂਪ ਹਨ। ਇਸ ਕਰਕੇ ਸ਼ਸਤਰਾਂ ਵਿੱਚ ਅਕਾਲ ਪੁਰਖ ਦੀ ਸ਼ਕਤੀ ਵਰਤਦੀ ਹੈ। ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਰਖਤ ਵਿੱਚੋਂ ਤੀਰ ਸਾਰ ਪਾਰ ਕੱਢ ਦਿੱਤਾ ਤੇ ਬਚਨ ਵੀ ਕਰਤਾ ਵੀ ਜਦੋਂ ਤੁਹਾਡੇ ਦੇਸ਼ ਤੇ ਕੋਈ ਭੀੜਾ ਪਵੇ, ਕਿਸੇ ਦੇ ਪਰਿਵਾਰ ਤੇ ਕੋਈ ਬਿਮਾਰੀ, ਕੋਈ ਦੁੱਖ, ਕੋਈ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ, ਇੱਥੇ ਆ ਕੇ ਅਰਦਾਸਾਂ ਕਰਿਆ ਜੇ ਇਹ ਦਰਖਤ ਦੇ ਕੋਲ, ਤੇ ਸਾਡੀ ਨਿਸ਼ਾਨੀ ਤੁਹਾਡਾ ਕੰਮ ਸਵਾਰ ਦੇਗੀ। ਭਾਵ ਤੁਹਾਡੇ ਵਿਘਨ ਦੂਰ ਹੋ ਜਾਣਗੇ। ਜੋ ਬਾਂਛਾ ਹੈ ਫਲ ਕਿਸ ਬਿਦ ਕੋਏ। ਜੇ ਕਿਸੇ ਤਰ੍ਹਾਂ ਦਾ ਵੀ ਕੋਈ ਇੱਥੇ ਆ ਕੇ ਅਰਦਾਸਾ ਕਰੇਗਾ, ਕੋਈ ਪੁੱਤ ਮੰਗੇਗਾ ਉਹਨੂੰ ਪੁੱਤ ਮਿਲੇਗਾ, ਕੋਈ ਦੁੱਧ ਮੰਗੇਗਾ ਉਹਨੂੰ ਦੁੱਧ ਮਿਲੇਗਾ। ਜੋ ਮੰਗ ਹੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਗੁਰੂ ਨਾਨਕ ਦੇਵ ਇੱਥੋਂ ਸਭ ਦੀਆਂ ਝੋਲੀਆਂ ਭਰਨਗੇ। ਇਸ ਪੂਜ ਹੈ ਸੋ ਪ੍ਰਾਪਤ ਹੋਏ। ਜਿਹੜਾ ਇਸ ਦਰਖਤ ਦੇ ਕੋਲ ਆ ਕੇ ਸਾਡੇ ਤੀਰ ਦੇ ਦਰਸ਼ਨ ਕਰਿਆ ਕਰੇਗਾ ਉਹਦੀਆਂ ਸਾਰੀਆਂ ਮਨੋਕਾਮਨਾ ਪੂਰਨ ਹੋਣਗੀਆਂ। ਦਿਵਸ ਆਜ ਕੇ ਕੀ ਜਹ ਮੇਲਾ। ਮਹਾਰਾਜ ਕਹਿੰਦੇ ਅੱਜ ਦੇ ਦਿਨ ਇੱਥੇ ਮੇਲਾ ਲੱਗਿਆ ਕਰੇਗਾ। ਅੱਜ ਜਿਹੜਾ ਤੀਰ ਚਲਾਇਆ ਨਾ, ਇਹ ਦਿਨ ਨੋਟ ਕਰ ਲਓ। ਹਰ ਸਾਲ ਅੱਜ ਵਾਲੇ ਦਿਨ ਇੱਥੇ ਆ ਕੇ ਦੀਵਾਨ ਲਾਇਆ ਕਰਿਆ ਜੇ, ਕੀਰਤਨ ਕਰਿਆ ਜੇ, ਕਥਾ ਕਰਿਆ ਜੇ, ਬਾਣੀ ਪੜ੍ਹਿਆ ਜੇ, ਪਰਮੇਸ਼ਰ ਦਾ ਨਾਮ ਜਪਿਆ ਜੇ, ਲੰਗਰ ਛਕਾਇਆ ਜੇ ਸੰਗਤਾਂ ਨੂੰ। ਸਕਲ ਦੇਸ਼ ਨਰ ਕਰੋ ਸਕੇਲਾ। ਸਾਰੇ ਦੇਸ਼ ਦੇ ਲੋਕ ਇੱਥੇ ਇਕੱਠੇ ਹੋਇਆ ਕਰੋ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਇੱਥੇ ਵਸੇਗੀ। ਮਾਨਹੁ ਮਹਾ ਮਹਾਤਮ ਪਾਵਹੁ। ਜਿਹੜਾ ਇਹ ਸਾਡੇ ਸਥਾਨ ਨੂੰ ਮੰਨੇਗਾ ਉਹਦੀਆਂ ਸਾਰੀਆਂ ਮਨੋਕਾਮਨਾ ਪੂਰਨ ਹੋਣਗੀਆਂ। ਸਾਧ ਸੰਗਤ ਜੀ, ਅੱਜ ਕੱਲ੍ਹ ਕਈ ਲੋਕ ਗੁਰਬਾਣੀ ਦੇ ਅਰਥ ਬਦਲੀ ਜਾਂਦੇ ਆ। ਉਹ ਕਹਿੰਦੇ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਦਾ ਮਤਲਬ ਹੈ ਵੀ ਸਿੱਖ ਦੇ ਦਿਮਾਗ ਵਿੱਚ ਬਾਣੀ ਵਸ ਜਾਵੇ। ਹਾਲਾਂਕਿ ਉਹ ਬਾਣੀ ਨੂੰ ਵਸਾਉਣਾ ਨਹੀਂ ਚਾਹੁੰਦੇ, ਪਰ ਜਿਹੜੇ ਅਸਲ ਅਰਥ ਨੇ ਨਾ ਉਹ ਜ਼ਰੂਰ ਸਾਡੇ ਦਿਮਾਗ 'ਚੋਂ ਕੱਢਣਾ ਚਾਹੁੰਦੇ। ਦੇਖੋ ਗੁਰੂ ਸਾਹਿਬਾਂ ਨੇ ਸਥਾਨਾਂ ਦੀ ਬੜੀ ਮਹਿਮਾ ਕੀਤੀ ਹੈ। ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ। ਗੁਰਸਿੱਖਾਂ ਨੇ ਉਹ ਥਾਨ ਲੱਭੀ, ਉਹ ਥਾਂ ਦੀ ਧੂੜ ਚੁੱਕ ਕੇ ਮੱਥੇ ਤੇ ਲਾਈ। ਜੇ ਆਪਾਂ ਉਹ ਅਰਥ ਜਿਹੜੇ ਉਹ ਕਰਨਾ ਚਾਹੁੰਦੇ ਨੇ ਗੋਲ ਮੋਲ ਜੇ ਉਹ ਅਰਥ ਕਰੀਏ ਤੇ ਸਾਧ ਸੰਗਤ ਜੀ ਪ੍ਰਕਰਨ ਪੂਰਾ ਸਿਰੇ ਲੱਗਦਾ ਹੀ ਨਹੀਂ। ਥਾਨ ਭਾਲਣਾ, ਜੇ ਆਪਣਾ ਹਿਰਦੇ 'ਚ ਬਾਣੀ ਵਸ ਗਈ ਤੇ ਉਹਨੂੰ ਭਾਲਣਾ ਕਿੱਥੇ ਹੈ? ਪਹਿਲੇ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ, ਜਿੱਥੇ ਗੁਰੂ ਸਾਹਿਬ ਜਾ ਕੇ ਬੈਠੇ ਉਹ ਥਾਨ ਸੁਹਾਵਾ ਬਣਿਆ। ਗੁਰਸਿੱਖਾਂ ਨੇ ਉਹਨੂੰ ਲੱਭਿਆ, ਉਹਦੀ ਧੂੜ ਚੁੱਕ ਕੇ ਮੱਥੇ ਨੂੰ ਲਾਈ, ਮੂੰਹ ਨੂੰ ਲਾਈ।
ਜੇ ਬਾਣੀ ਸੁਰਤ 'ਚ ਵਸ ਗਈ, ਧੂੜ ਕਿੱਥੇ ਮੂੰਹ ਨੂੰ ਲਾਣੀ ਹੋਈ, ਉਹਦੇ ਅਰਥ ਹੀ ਨਹੀਂ ਬਣਦੇ। ਪਰ ਐਵੇਂ ਹੀ ਲੋਕਾਂ ਨੂੰ ਗਲਤ ਅਰਥ ਕਰਕੇ ਭੁਲੇਖੇ ਪਾ ਰਹੇ ਨੇ, ਤੇ 2-2 ਸਾਲ ਦਾ ਕੋਰਸ ਕਰਦੇ ਨੇ। ਪੜ੍ਹਾਈ ਤਾਂ ਕੋਈ ਹੈ ਨਹੀਂ, ਬਸ 2-4 ਕਿਤਾਬਾਂ ਪੜ੍ਹੀਆਂ, ਇੱਧਰੋਂ ਉੱਧਰੋਂ ਲੈਕਚਰ ਫੇਸਬੁੱਕ ਤੇ ਆਪਣੇ ਮਨ ਘੜਾਂਤ ਅਰਥ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ। ਸੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਾਡਾ ਸਥਾਨ ਹੈ, ਇਹ ਦਰਖਤ ਵੀ ਸਾਡਾ ਹੋ ਗਿਆ। ਅੱਜ ਕੱਲ੍ਹ ਕਹਿੰਦੇ ਦਰਖਤਾਂ ਦੀ ਕੋਈ ਪੂਜਾ ਨਹੀਂ ਕਰਨੀ, ਦਰਖਤਾਂ ਦੀ ਕੋਈ ਮਾਨਤਾ ਨਹੀਂ ਗੁਰੂ ਘਰ 'ਚ। ਇਹ ਸਾਰੀਆਂ ਇਹਨਾਂ ਦੀਆਂ ਆਪਣੀਆਂ ਮਨ ਦੀਆਂ ਖਿਆਲੀਆਂ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ 'ਚ ਐਸਾ ਕਿਤੇ ਨਹੀਂ ਲਿਖਿਆ ਵੀ ਇਹ ਦਰਖਤ ਜਿਹੜਾ ਗੁਰੂ ਨਾਲ ਜੁੜਿਆ ਦੀ ਪੂਜਾ ਨਹੀਂ ਕਰਨੀ। ਗੁਰੂ ਨਾਲ ਕੋਈ ਵੀ ਚੀਜ਼ ਸੰਬੰਧਿਤ ਹੈ, ਗੁਰੂ ਘਰ ਦਾ ਨਿਸ਼ਾਨ ਸਾਹਿਬ ਹੈ, ਉਹ ਵੀ ਪੂਜਣੇ ਯੋਗ ਹੈ। ਗੁਰੂ ਸਾਹਿਬ ਦੇ ਕੋਈ ਦਰਖਤ ਹਨ, ਕੋਈ ਗੁਰੂ ਸਾਹਿਬ ਦੇ ਸਰੋਵਰ ਹਨ, ਗੁਰੂ ਦੀਆਂ ਬੌਲੀਆਂ ਹਨ, ਗੁਰੂ ਦੇ ਤਖਤ ਹਨ, ਗੁਰਦੁਆਰੇ ਹਨ, ਗੁਰੂ ਦੇ ਪੰਥ ਹਨ, ਗੁਰੂ ਦੀਆਂ ਸੰਪਰਦਾਵਾਂ ਹਨ, ਗੁਰੂ ਦੇ ਜੋੜ ਮੇਲੇ ਹਨ। ਸਾਰਾ ਹੀ ਪੰਥ ਗੁਰੂ ਦਾ ਸਤਿਕਾਰਯੋਗ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਇਹ ਸਾਡੀ ਨਿਸ਼ਾਨੀ ਹੈ, ਜਿਹੜਾ ਇਹਨੂੰ ਭਾਈ ਮੰਨੇਗਾ ਉਹਦੇ ਸਾਰੇ ਕਾਰਜ ਰਾਸ ਹੋਣਗੇ। ਧੂਪ ਦੀਪ ਨੈਵੇਦ ਚੜਾਵੋ। ਇੱਥੇ ਆ ਕੇ ਧੂਪ ਦੀਪ ਕਰਿਆ ਕਰੋ, ਦੀਵਾ ਜੋਤ ਜਗਾਣੀ ਤੇ ਧੂਪ ਬੱਤੀ ਕਰਨੀ, ਤੇ ਇੱਥੇ ਪੂਜਾ ਕਰੋ। ਕੜਾਹ ਪ੍ਰਸ਼ਾਦ ਦੀਆਂ ਦੇਗਾਂ, ਨੈਵੇਦ ਆਦਿ ਜਿਹੜੇ ਪਦਾਰਥ ਹੁੰਦੇ ਨੇ ਇੱਥੇ ਵਰਤਾਓ ਲਿਆ ਕੇ। ਸੁਨ ਸ਼ਰਦਾ ਧਰ ਭੂਪਤ ਠਾਨੀ। ਰਾਜੇ ਨੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਸੁਣ ਕੇ ਨਮਸਕਾਰ ਕੀਤੀ, ਉੱਥੇ ਮੱਥਾ ਟੇਕਿਆ। ਵਿਪਰ ਬਿਠਾਰਿਓ ਕਰ ਇਸ ਥਾਨੀ। ਤੇ ਉੱਥੇ ਇੱਕ ਪੰਡਤ ਨੂੰ ਬਿਠਾ ਦਿੱਤਾ ਵੀ ਤੂੰ ਇੱਥੇ ਸੇਵਾ ਕਰਿਆ ਕਰ, ਕਿਉਂਕਿ ਉਹਨਾਂ ਦਿਨਾਂ 'ਚ ਪੁਜਾਰੀ ਲੋਕ ਜ਼ਿਆਦਾ ਪੰਡਤ ਹੀ ਹੁੰਦੇ ਸਨ। ਉਹ ਜਿੱਥੇ ਬਹਿ ਕੇ ਸੇਵਾ ਕਰਦੇ ਸਨ, ਉੱਥੇ ਲੋਕਾਂ ਨੂੰ ਭਜਨ ਬਾਣੀ ਕਥਾ ਕੀਰਤਨ ਸੁਣਾਉਂਦੇ ਸਨ, ਧਰਮ ਦੇ ਬਾਰੇ ਦੱਸਦੇ ਸਨ। ਸੋ ਇੱਕ ਪੰਡਤ ਜੀ ਨੂੰ ਉੱਥੇ ਪੂਜਾ ਕਰਨ ਤੇ ਲਾ ਦਿੱਤਾ ਰਾਜੇ ਨੇ। ਨਿਤ ਪੰਚਾਮ੍ਰਿਤ ਕੋ ਕਰਵਾਏ। ਤੇ ਰਾਜੇ ਨੇ ਬਹੁਤ ਸਾਰੀ ਜਗੀਰ ਉਸ ਜਗ੍ਹਾ ਨੂੰ ਲਾਤੀ ਵੀ ਇੱਥੇ ਕੜਾਹ ਪ੍ਰਸ਼ਾਦ ਦੀ ਦੇਗ ਨਹੀਂ ਬੰਦ ਹੋਣੀ ਚਾਹੀਦੀ, ਗੁਰੂ ਕੀ ਦੇਗ ਰੋਜ਼ ਵਰਤਿਆ ਕਰੇਗੀ। ਅਨਹ ਤਹਾਂ ਦੇਹ ਵਰਤਾਏ। ਉੱਥੇ ਰਾਜਾ ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਰਸਤਾਂ ਭੇਜਦਾ ਤੇ ਰੋਜ਼ ਦੇਗਾਂ ਵਰਤਦੀਆਂ। ਸਰਬ ਭਾਂਤ ਕੀ ਪੂਜ ਕਰਾਏ। ਸਭ ਤਰ੍ਹਾਂ ਦੀ ਉੱਥੇ ਪੂਜਾ ਹੁੰਦੀ ਹੈ ਗੁਰੂ ਸਾਹਿਬ ਜੀ ਦੇ ਅਸਥਾਨ ਦੀ। ਮਨ ਬਾਸ਼ਤ ਤਹਤੇ ਫਲ ਪਾਏ। ਮਨ ਬਾਸ਼ਤ ਫਲਾਂ ਦੀ ਉੱਥੋਂ ਪ੍ਰਾਪਤੀ ਹੁੰਦੀ ਹੈ। ਇਮ ਸਤ ਗੁਰ ਨ੍ਰਿਪ ਦਉ ਮਿਲਾਏ। ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਾਮਰੂਪ ਦੇਸ਼ ਦੇ ਰਾਜੇ ਔਰ ਬਿਸ਼ਨ ਸਿੰਘ ਰਾਜੇ ਦੀ ਆਪਸ 'ਚ ਸੁਲਹ ਸਫਾਈ ਕਰਾ ਦਿੱਤੀ। ਸਭ ਕੇ ਸੁਨਤਿਓ ਬਾਕ ਲਾਏ। ਤੇ ਸਾਰੇ ਲੋਕਾਂ ਦੇ ਸੁਣਦਿਆਂ ਹੋਇਆਂ ਵਿੱਚ ਹੀ ਬਿਸ਼ਨ ਸਿੰਘ ਸੁਣ ਰਿਹਾ ਸੀ, ਵਿੱਚ ਹੀ ਕਾਮਰੂਪ ਦੇਸ਼ ਦਾ ਰਾਜਾ ਤੇ ਉਹਨਾਂ ਦੇ ਲੋਕ ਸੁਣ ਰਹੇ ਸਨ। ਸਤਿਗੁਰੂ ਪਾਤਸ਼ਾਹ ਜੀ ਬੋਲੇ ਹਨ, ਤੁਮ ਦੋਨੋਂ ਹੋ ਭੂਪਤ ਬੁੱਧਵੰਤੇ। ਮਹਾਰਾਜ ਕਹਿੰਦੇ ਤੁਸੀਂ ਦੋਵੇਂ ਹੀ ਰਾਜੇ ਸਿਆਣੇ ਹੋ। ਹਮ ਤੇ ਸੁਨਹੋ ਬਾਕ ਹਿਤਵੰਤੇ। ਅਸੀਂ ਤੁਹਾਨੂੰ ਪਿਆਰ ਦੇ ਹਿੱਤ ਦੇ ਭਲੇ ਦੇ ਬਚਨ ਕਹਿੰਦੇ ਹਾਂ। ਹਾਂਜੀ, ਇਹੋ ਖੰਜਰ ਹਮ ਗੱਡ ਹੈ ਅਵਨੀ। ਇਹ ਰਾਜੇ ਦਾ ਖੰਜਰ ਹੈ, ਕਾਮਰੂਪ ਦੇਸ਼ ਦੇ ਰਾਜੇ ਦਾ ਖੰਜਰ। ਮਹਾਰਾਜ ਕਹਿੰਦੇ ਅਸੀਂ ਇਹ ਧਰਤੀ 'ਚ ਗੱਡਣ ਲੱਗੇ ਹਾਂ। ਬਸਦੀ ਤਹਾਂ ਬਸਾਵਹਿ ਰਵਨੀ। ਜਿੱਥੇ ਅਸੀਂ ਖੰਜਰ ਗੱਡਣ ਲੱਗੇ ਹਾਂ ਰਾਜੇ ਦਾ, ਇੱਥੇ ਇੱਕ ਸੋਹਣਾ ਸ਼ਹਿਰ ਵਸਾਇਆ ਜਾਵੇ। ਹੱਦ ਕਰਹਿ ਦੋਹੇ ਰਾਜਨ ਕੇਰੀ। ਇਹ ਜਿੱਥੇ ਖੰਜਰ ਗੱਡ ਰਹੇ ਹਾਂ, ਇਹ ਜਿਹੜਾ ਇੱਥੇ ਨਗਰ ਵਸੇਗਾ, ਇਹ ਤੁਹਾਡੇ ਦੋਵਾਂ ਮੁਲਕਾਂ ਦੀ ਹੱਦ ਹੋਵੇਗੀ। ਇਹ ਉਰਲੇ ਪਾਸੇ ਇੱਧਰ ਇੰਡੀਆ ਦਾ, ਭਾਰਤ ਦਾ ਇਲਾਕਾ, ਔਰੰਗਜ਼ੇਬ ਦਾ ਕਹਿ ਲਓ, ਬਿਸ਼ਨ ਸਿੰਘ ਦਾ ਕਹਿ ਲਓ, ਦਿੱਲੀ ਦਾ ਪ੍ਰਬੰਧ ਰਹੇਗਾ। ਇਸ ਤੋਂ ਅੱਗੇ ਕਾਮਰੂਪ ਦੇਸ਼ ਦੇ ਰਾਜੇ ਦਾ ਪ੍ਰਬੰਧ ਰਹੇਗਾ। ਰਹਿ ਪਾਤਸ਼ਾਹੀ ਸੈਨ ਕਨੇਰੀ। ਪਾਤਸ਼ਾਹੀ ਫੌਜ ਇੱਥੇ ਰਹੇਗੀ, ਇੱਥੋਂ ਤੱਕ ਰਹੇਗੀ, ਤੇ ਰਾਜੇ ਕਾਮਰੂਪ ਦੇਸ਼ ਦੀ ਫੌਜ ਇੱਥੇ ਰਹੇਗੀ। ਆਪਣੀ ਆਪਣੀ ਹੱਦ ਵਿੱਚ ਰਹਿਣਗੇ ਸੁਲਹ ਸਫਾਈ ਦੇ ਨਾਲ। ਇਤ ਇਹ ਰਹਿ ਨਾ ਆਗਿਆ ਜਾਵੇ। ਇੱਧਰ ਕਾਮਰੂਪ ਦੇਸ਼ ਦਾ ਰਾਜਾ ਇੱਥੋਂ ਤੱਕ ਰਾਜ ਕਰੇਗਾ, ਇਹ ਅੱਗੇ ਨਹੀਂ ਜਾਵੇਗਾ, ਉਧਰੋਂ ਉਹ ਇੱਧਰ ਨਹੀਂ ਵਧਣਗੇ। ਇਹ ਸੰਧੀ ਦੋਵਾਂ ਦੀ ਲਿਖਵਾ ਦਿੱਤੀ ਹੈ। ਨਹਿ ਵਿਰੋਧ ਕੋ ਬਹੁਰ ਉਠਾਵੇ। ਤੇ ਹੁਣ ਮੁੜ ਕੇ ਕੋਈ ਵਿਰੋਧ ਨਹੀਂ ਛੇੜੇਗਾ, ਕੋਈ ਝਗੜਾ ਨਹੀਂ ਕਰੇਗਾ। ਪਾਤਸ਼ਾਹੀ ਕੀ ਚੌਕੀ ਰਹਿ। ਮਹਾਰਾਜ ਕਹਿੰਦੇ ਬਾਦਸ਼ਾਹ ਦੀ ਵੀ ਫੌਜ ਇੱਥੇ ਰਹੇਗੀ ਚੌਂਕੀ ਦੇ ਤੌਰ ਤੇ।
ਉਹਨਾਂ ਦੀ ਇੱਕ ਪੋਸਟ ਬਣੀ ਰਹੇਗੀ, ਇੱਥੇ ਫੌਜਾਂ ਰਹਿਣਗੀਆਂ। ਤੈ ਹਮ ਗ੍ਰਾਮ ਬਸਾਇਓ ਚਹ। ਜਿੱਥੇ ਬਾਦਸ਼ਾਹ ਦੀ ਚੌਂਕੀ ਰਹੇਗੀ ਉੱਥੇ ਅਸੀਂ ਪਿੰਡ ਵਸਾਉਣਾ ਚਾਹੁੰਦੇ ਹਾਂ। ਗ੍ਰਾਮ ਬਸਾਵਹਿ ਹਦ ਕੇ ਹੇਤ। ਇਹ ਪਿੰਡ ਅਸੀਂ ਤਾਂ ਵਸਾ ਰਹੇ ਹਾਂ ਵੀ ਇਹ ਹੱਦ ਦੀ ਨਿਸ਼ਾਨੀ ਹੋਵੇਗੀ। ਇੱਥੇ ਦੋਹਾਂ ਮੁਲਕਾਂ ਦਾ, ਦੋਹਾਂ ਰਾਜਾਂ ਦਾ ਇਹ ਹੱਦ ਬੰਨਾ ਹੋਵੇਗਾ, ਸੀਮਾ ਹੋਵੇਗੀ। ਨ੍ਰਿਪ ਸੁਨ ਦੋਨੋਂ ਹਰਖ ਸਮੇਤ। ਦੋਵਾਂ ਰਾਜਿਆਂ ਨੇ ਮਹਾਰਾਜ ਦਾ ਬਚਨ ਖੁਸ਼ੀ ਖੁਸ਼ੀ ਮੰਨ ਲਿਆ। ਆਪੋ ਆਪਣੀ ਕਰ ਮਿਰਜ਼ਾਦਾ। ਆਪਣੀ ਆਪਣੀ ਮਰਜ਼ਾਦਾ ਕਰ ਲਈ, ਹੱਦ ਕਰ ਲਈ। ਇੱਥੇ ਸਾਡਾ ਰਾਜ ਹੈ, ਇੱਥੇ ਇਹਨਾਂ ਦਾ ਰਾਜ ਹੈ। ਦੋਹੇ ਦਿਸ਼ ਰਹਿ ਤਰੇ ਅਹਲਾਦਾ। ਤੇ ਦੋਵੇਂ ਪਾਸੇ ਰਾਜੇ ਜਿਹੜੇ ਹਨ ਖੁਸ਼ੀ ਖੁਸ਼ੀ ਰਹਿਣ ਲੱਗੇ ਹਨ। ਗੁਰ ਕੋ ਬਾਕ ਮਾਨ ਕਰ ਨੀਕਾ। ਸਤਿਗੁਰਾਂ ਦਾ ਬਚਨ ਭਲੀ ਪ੍ਰਕਾਰ ਮੰਨ ਕੇ ਆਦਰ ਕਰਿਓ ਬਿਸ਼ਨ ਸਿੰਘ ਜੀ ਕਾ। ਰਾਜੇ ਬਿਸ਼ਨ ਸਿੰਘ ਦਾ ਉਸ ਕਾਮਰੂਪ ਦੇਸ਼ ਦੇ ਰਾਜੇ ਨੇ ਬੜਾ ਆਦਰ ਕੀਤਾ ਹੈ। ਕੰਚਨ ਬਸਤਰ ਤੁਰੰਗਮ ਦੀਨੇ। ਬਹੁਤ ਸਾਰੇ ਸੋਨੇ ਦੇ ਗਹਿਣੇ ਰਾਜੇ ਨੂੰ ਭੇਟਾ ਕੀਤੇ ਆ। ਬੜੇ ਕੀਮਤੀ ਬਸਤਰ ਕਾਮਰੂਪ ਦੇਸ਼ ਦੇ ਰਾਜੇ ਨੇ ਦਿੱਤੇ ਆ ਤੇ ਚੰਗੇ ਚੰਗੇ ਘੋੜੇ ਬਿਸ਼ਨ ਸਿੰਘ ਨੂੰ ਭੇਟਾ ਕੀਤੇ ਆ। ਦੇ ਕਰ ਧਨ ਸਨਮਾਨਿਤ ਕੀਨੇ। ਔਰ ਬਹੁਤ ਹਜ਼ਾਰਾਂ ਰੁਪਈਆ ਵੀ ਦਿੱਤਾ ਹੈ ਤੇ ਰਾਜੇ ਦਾ ਮਾਣ ਸਨਮਾਨ ਕੀਤਾ ਹੈ। ਲੈ ਕਰ ਵਿਦਾ ਭਏ ਚਲ ਆਏ। ਉਧਰੋਂ ਇਹ ਸਾਰਾ ਧਨ ਪਦਾਰਥ ਲੈ ਕੇ ਰਾਜਾ ਬਿਸ਼ਨ ਸਿੰਘ ਵਿਦਾ ਹੋਇਆ ਤੇ ਉਰਲੇ ਪਾਸੇ ਆ ਗਿਆ। ਚੱਡ ਨੌਕਾ ਨਦ ਤੇ ਉਤਰਾਏ। ਤੇ ਬੇੜੀਆਂ 'ਚ ਸਵਾਰ ਹੋ ਕੇ ਦਰਿਆ ਬ੍ਰਹਮਪੁੱਤਰ ਤੋਂ ਉਰਲੇ ਪਾਸੇ ਆ ਉਤਰੇ ਹਨ। ਆਵਤ ਵਿਜੈ ਨਿਸ਼ਾਨ ਬਜਾਇਓ। ਰਾਜਾ ਬਿਸ਼ਨ ਸਿੰਘ ਖੁਸ਼ੀ ਦੇ ਜਿੱਤ ਦੇ ਨਗਾਰੇ ਵਜਾਉਂਦਾ ਆ ਰਿਹਾ ਹੈ। ਤੋਪ ਤੁਪਕ ਸ਼ਲਖੈ ਚੜਵਾਇਓ। ਖੁਸ਼ੀ ਵਿੱਚ ਬੜੀਆਂ ਤੋਪਾਂ ਦੀਆਂ ਸ਼ਲਖਾਂ ਕੀਤੀਆਂ ਨੇ ਵੀ ਚਲੋ ਅਸੀਂ ਬਿਨਾਂ ਲੜਿਆਂ ਹੀ ਜਿੱਤ ਗਏ ਆ। ਲਿਖਿਓ ਫਤਿਹਨਾਮਾ ਤਤਕਾਲ। ਉਸੇ ਵੇਲੇ ਫਤਿਹਨਾਮਾ ਲਿਖ ਲਿਆ। ਜਿੱਤ ਦਾ ਜਿਹੜਾ ਪੱਤਰ ਹੈ ਉਹ ਲਿਖ ਲਿਆ ਹੈ। ਦਿੱਲੀ ਪਠਿਓ ਬੇਗ ਕੇ ਨਾਲ। ਤੇ ਫਤਿਹਨਾਮਾ ਲਿਖ ਕੇ ਔਰੰਗਜ਼ੇਬ ਵੱਲ ਦਿੱਲੀ ਭੇਜ ਦਿੱਤਾ ਹੈ। ਬਾਦਸ਼ਾਹ ਨੂੰ ਖਬਰ ਕਰ ਦਿੱਤੀ ਹੈ ਵੀ ਸਾਡੀ ਇੱਥੇ ਜੰਗ ਜਿੱਤੀ ਗਈ ਹੈ, ਮੁਹਿੰਮ ਫਤਿਹ ਹੋ ਗਈ ਹੈ। ਗੁਰੂ ਸਾਹਿਬ ਨੇ ਸਾਡਾ ਫੈਸਲਾ ਕਰਵਾ ਦਿੱਤਾ ਹੈ। ਉਹ ਕਥਾ ਸਾਧ ਸੰਗਤ ਜੀ ਆਪ ਜੀ ਅੱਗੇ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ।